ਉਹਨੂੰ ਪੜ੍ਹਾਈ ਇੰਨੀ ਮਹਿੰਗੀ ਕਰਤੀ, ਉਹ ਪ੍ਰਾਈਵੇਟ ਹੱਥਾਂ 'ਚ ਦੇਤੀ, ਹੈਲਥ ਸਿਸਟਮ ਇੰਨਾ ਪ੍ਰਾਈਵੇਟ ਕਰ ਦਿੱਤਾ ਕਿ ਜਿਹੜੀ ਚੀਜ਼ ਮਤਲਬ ਸਰਕਾਰ ਦੀ ਜ਼ਿੰਮੇਵਾਰੀ ਕੀ ਰਹਿ ਗਈ? ਲੋਕਾਂ ਤੇ ਡਾਂਗ ਚਲਾਉਣੀ, ਲੋਕਾਂ ਨੂੰ ਜੇਲ੍ਹ 'ਚ ਬੰਦ ਕਰਨਾ ਕਿ ਅਖੀਰ ਤੇ ਤੁਹਾਨੂੰ ਪੜ੍ਹਾਉਣ ਤੇ ਗੂਗਲ ਪੜ੍ਹਾਏਗਾ, ਟੀਚਰ ਨਹੀਂ ਪੜ੍ਹਾਏਗਾ। ਔਰ ਇਹਦਾ ਮਤਲਬ ਹੈ ਕਿ ਜਿਹੜੀ ਪੂਰੀ ਵਰਲਡ ਕਾਰਪੋਰੇਟ ਹੈ ਉਹ ਤੁਹਾਡੇ ਬੱਚਿਆਂ ਦੇ ਦਿਮਾਗ ਨੂੰ ਕਿੱਦਾਂ ਕੰਟਰੋਲ ਕਰੇਗੀ। ਲਈ ਸਾਰੀ ਖੇਤੀ ਜਿਹੜੀ ਹੈ ਔਰਤ ਕਰਦੀ ਸੀ। ਬੰਦਾ ਤੇ ਵੱਟ ਤੇ ਬਹਿ ਕੇ ਹੁੱਕਾ ਪੀਂਦਾ ਸੀ ਜਾਂ ਹਲ ਚਲਾਉਂਦਾ ਸੀ। ਲੇਕਿਨ ਹੁਣ ਉਹ ਜਦੋਂ ਟਰੈਕਟਰ ਤੇ ਬਹਿ ਗਈ, ਨਾਓ ਸ਼ੀ ਇਜ਼ ਇਨ ਕਮਾਂਡ। ਪਰ ਮੈਂ ਉਹਨੂੰ ਕਹਿੰਦਾ ਮੈਂ ਸਲੂਟ ਕਰਦਾ ਤੁਹਾਨੂੰ। ਉਦੋਂ ਪਹਿਲੀ ਬਿਮਾਰੀ ਜਿਹੜੀ ਆਈ ਉਹ ਤੇ ਜਹਾਜ਼ ਤੇ ਆ ਰਹੀ ਸੀਗੀ। ਹੁਣ ਤੇ ਅਸੀਂ ਆਪਣੀ ਬਿਮਾਰੀ ਬਣਾ ਲਈ ਨਾ। ਹੁਣ ਕਰੋਨਾ ਸਾਡਾ ਆਪਣਾ, ਅਸੀਂ ਉਹਦਾ ਆਪਣਾ ਵੇਰੀਐਂਟ ਕੱਢ ਲਿਆ। ਇਹ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ। ਉਹਨਾਂ ਦਾ ਇਹ ਵੀ ਹੈ ਕਿ ਵੀ ਤੁਸੀਂ ਗੁਰਮੁਖ ਬਣੋ, ਮਨਮੁਖ ਨਾ ਬਣੋ। ਔਰ ਰੱਬ ਵੀ ਜਿਹੜਾ ਹੈ ਉਹ ਇੱਕ ਬੰਦੇ ਦਾ ਕ੍ਰੀਏਟ ਕੀਤੀ ਹੋਈ ਸੰਕਲਪ ਹੈ। ਤੋ ਭਗਤ ਸਿੰਘ ਨੂੰ ਕਿਉਂਕਿ ਉਹਨਾਂ ਕਿਸੇ ਨੇ ਕਹਿਤਾ ਕਿ ਤੂੰ ਰੱਬ 'ਚ ਤੂੰ ਪਾਠ ਪੂਠ ਕਰਿਆ ਕਰੇ, ਉਹ ਕਹਿੰਦੇ ਭਾਈ ਮੈਂ ਬਹੁਤ ਸੋਚ ਸਮਝ ਕੇ ਇੱਥੋਂ ਤੱਕ ਪਹੁੰਚਾ। ਜਦੋਂ ਪਹਿਲੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤੇ ਮੈਂ ਕਈ ਸਾਰੇ ਮੈਨੂੰ ਜਥੇਦਾਰ ਮਿਲਦੇ ਹੁੰਦੇ ਸੀ, ਉਹ ਕਹਿੰਦੇ ਜੀ ਮੇਰੀ ਤੇ ਜਨਾਨੀ ਜਵਾਬ ਦੇ ਗਈ। ਲੇਕਿਨ ਸ਼ਰਾਬ ਦੇ ਮਤਲਬ ਸਾਰਾ ਹਿੰਦੁਸਤਾਨ ਬੰਦ ਹੋਏਗਾ, ਸਾਰਾ ਪੰਜਾਬ ਬੰਦ ਹੋਏਗਾ, ਸ਼ਰਾਬ ਦੇ ਠੇਕੇ ਖੁੱਲੇ ਹੋਣਗੇ। ਘਰ ਵਿੱਚ ਜਿਹਨੇ ਸਭ ਤੋਂ ਜ਼ਿਆਦਾ ਕਲੋਜ਼ਲੀ ਭਗਤ ਸਿੰਘ ਦੇ ਨਾਲ ਗਰੋ ਕੀਤਾ ਔਰ ਉਹਨਾਂ ਨੂੰ ਸਮਝਿਆ ਉਹ ਮੇਰੇ ਮਦਰ ਨੇ। ਅਸੀਂ ਲੜੇ ਵੀ ਹਾਂ, ਅਸੀਂ ਇਤਿਹਾਸ ਵੀ ਬਣਾਇਆ, ਅਸੀਂ ਇਤਿਹਾਸ ਨੂੰ ਸਾਂਭਣਾ ਵੀ ਜਾਣਦੇ, ਪਰ ਅਸੀਂ ਬੜੇ ਸਿਰੜੀ ਹਾਂ। ਅਸੀਂ ਉਹਨਾਂ ਚਿਰ ਮਰਨ ਵਾਲੇ ਨਹੀਂ ਜਿੰਨਾ ਚਿਰ ਨੌਜਵਾਨ ਆਣ ਕੇ ਆਪਣੀ ਵਿਰਾਸਤ ਸਾਡੇ ਕੋਲ ਨਹੀਂ ਲੈ ਲੈਂਦੇ। ਰਾਜ ਬਦਲਣਾ ਮਤਲਬ ਏਡੀ ਵੱਡੀ ਪ੍ਰੋਬਲਮ ਨਹੀਂ ਹੈ। ਅਸਲ ਪ੍ਰੋਬਲਮ ਹੈ ਕਿ ਰਾਜ ਨੇ ਜਿਹੜੀਆਂ ਲੋਕਾਂ ਲਈ ਸਮੱਸਿਆਵਾਂ ਖੜੀਆਂ ਕੀਤੀਆਂ ਨੇ ਉਹਦਾ ਹੱਲ ਕੀ ਹੈ। ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਮੇਰੀ ਆਦਾਬ ਨਮਸਕਾਰ, ਸਤਿ ਸ਼੍ਰੀ ਅਕਾਲ। ਦੇਖੋ ਬੜਾ ਸਿੰਪਲ ਹੈ। ਮੈਂ ਇੱਕ ਸਮਾਜਿਕ ਜਿਹੜਾ ਹੈ ਬੋਝ ਕੈਰੀ ਕਰਦਾ ਕਿ ਮੈਂ ਸ਼ਹੀਦ ਭਗਤ ਸਿੰਘ ਉਹਨਾਂ ਤੋਂ ਛੋਟੇ ਉਹਨਾਂ ਦੇ ਭੈਣ ਬੀਬੀ ਅਮਰ ਕੌਰ ਦਾ ਬੇਟਾ, ਜਿਨ੍ਹਾਂ ਨੇ ਬਚਪਨ 'ਚ ਮੇਰੇ ਕੰਨ ਵਿੱਚ ਇੱਕ ਗੱਲ ਪਾਈ ਕਿ ਬਈ ਮੈਨੂੰ ਲੋਕ ਪੁੱਛਦੇ ਨੇ ਵੀ ਘਰ 'ਚ ਭਗਤ ਸਿੰਘ ਨੂੰ ਜਾਣਨ ਵਾਲਾ ਕੋਈ ਹੈ। ਤੋ ਮਤਲਬ ਮਾਂ ਨੇ ਇੱਕ ਸਿੱਧੇ ਜਿਹੇ ਸ਼ਬਦਾਂ ਨਾਲ ਮੇਰੇ 'ਚੋਂ ਕਰੋਸਿਟੀ ਪੈਦਾ ਕੀਤੀ ਕਿ ਮੈਂ ਇਤਿਹਾਸ ਉਹਨਾਂ ਨੂੰ ਜਾਣਾ, ਉਹਨਾਂ ਦੇ ਹਰ ਬੰਦੇ ਨਾਲ ਜਿਹਦੇ ਨਾਲ ਉਹਨਾਂ ਦਾ ਸੰਪਰਕ ਰਿਹਾ ਉਹਦੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ। ਭਗਤ ਸਿੰਘ ਦੀ ਮਤਲਬ ਪਰਿਵਾਰਕ ਜਿਵੇਂ ਮੈਂ ਦੇਖ ਰਿਹਾ ਸੀ ਕਿ ਬਹੁਤ ਵਾਰੀ ਅਸੀਂ ਜਿਹੜਾ ਸਾਡੀਆਂ ਔਰਤਾਂ ਦਾ ਹਿੱਸੇਦਾਰੀ ਹੁੰਦੀ ਹੈ ਉਹ ਭੁੱਲ ਜਾਂਦੇ, ਲੇਕਿਨ ਉਹਦਾ ਬਹੁਤ ਵੱਡਾ ਪ੍ਰਭਾਵ ਹੁੰਦਾ। ਕਿਵੇਂ ਕਿਵੇਂ ਉਹ ਪ੍ਰਭਾਵ ਹੋਏ। ਤੋ ਉਹ ਇੱਕ ਜ਼ਿੰਮੇਵਾਰੀ ਜਿਹੜੀ ਮੈਂ ਸਮਾਜਿਕ ਤੌਰ ਤੇ ਨਿਭਾ ਰਿਹਾ ਉਹ ਹੈ ਕਿ ਉਹ ਸਾਰੇ ਫਰੀਡਮ ਸਟਰਗਲ ਦੇ ਇਤਿਹਾਸ ਨੂੰ ਮਤਲਬ ਉਸ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਕਿ ਉਹ ਬਣੇ ਕਿਵੇਂ ਸੀ। ਕਿਉਂਕਿ ਅਸੀਂ ਬਾਅਦ ਦੀ ਅਪਰੀਸ਼ੀਏਸ਼ਨ ਤੇ ਕਰਦੇ ਹਾਂ ਵੀ ਬੜੇ ਬਹਾਦਰ ਸੀਗੇ, ਲੇਕਿਨ ਉਹ ਬਹਾਦਰੀ ਬਣਨ ਦਾ ਪ੍ਰੋਸੈਸ ਕਿੱਥੇ ਪਿਆ ਹੋਇਆ, ਕਿੱਥੋਂ ਉਹਨਾਂ ਨੇ ਕੀ ਚੁਣਿਆ, ਮਤਲਬ ਉਹ ਮਤਲਬ ਤਾਂ ਮੈਂ ਸਮਝਦਾ ਕਿ ਮੇਰੀ ਇੱਕ ਸਮਾਜਿਕ ਜ਼ਿੰਮੇਵਾਰੀ ਸੀਗੀ। ਕਿਉਂਕਿ ਮੈਂ ਉਸ ਘਰ 'ਚ ਪੈਦਾ ਹੋਇਆ, ਉਸ ਮਾਂ ਨੇ ਮੇਰੇ ਮਨ 'ਚ ਸਵਾਲ ਖੜਾ ਕੀਤਾ ਕਿ ਵੀ ਮੈਂ ਉਹਨਾਂ ਦੇ ਬਾਰੇ 'ਚ ਪੂਰੀ ਡਿਟੇਲ 'ਚ ਜਾਣਾ। ਔਰ ਜਿੰਨਾ ਮੈਂ ਜਾਣਦਾ ਗਿਆ ਉਹਨਾਂ ਹੋਰ ਲੱਭਦਾ ਗਿਆ ਉਹਨਾਂ ਦੇ ਸਾਥੀਆਂ ਬਾਰੇ, ਉਹਨਾਂ ਦੇ ਉਹ ਸਾਰੀ ਲਹਿਰ ਬਾਰੇ ਜਿਹਦੇ 'ਚੋਂ ਉਹਨਾਂ ਨੇ ਸਿੱਖਿਆ। ਤੋ ਬੜਾ ਸੰਖੇਪ 'ਚ ਹੈ। ਦੂਸਰੇ ਬੰਨੇ ਕਿਉਂਕਿ ਮੈਂ ਇੱਕ ਇੰਜੀਨੀਅਰ ਦੇ ਤੌਰ ਤੇ ਮੌਕਾ ਮਿਲਿਆ, ਉਹ ਮੈਂ IIT ਖੜਗਪੁਰ ਤੋਂ ਵੀ ਪੜ੍ਹਿਆ ਔਰ ਯੂਨੀਵਰਸਿਟੀ ਵਿੱਚ ਮੈਂ 29 ਸਾਲ ਲਗਾਏ। ਇੱਕ ਇਲੈਕਟ੍ਰੋਨਿਕ ਇੰਜੀਨੀਅਰ ਦੇ ਤੌਰ ਤੇ ਆਇਆ ਸੀ, ਲੇਕਿਨ ਇੱਕ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਐਂਡ ਹੈਡ ਦੇ ਤੌਰ ਤੇ ਮਤਲਬ ਉੱਥੋਂ ਮੇਰੀ ਫਾਰਗੀ ਹੋਈ। ਤੋ ਮੈਂ ਨਵੀਂ ਟੈਕਨੋਲੋਜੀ ਨੂੰ ਵੀ ਉੱਥੇ ਇੰਟਰੋਡਿਊਸ ਕੀਤਾ। ਤੀਸਰਾ ਪੱਖ ਜਿਹੜਾ ਕਿ ਉਸੇ ਸਮਝਦਾਰੀ ਵਿੱਚ ਬਾਬਾ ਭਕਨਾ ਨਾਲ ਮਤਲਬ ਉਹਦਾ ਜਦੋਂ ਗਦਰ ਪਾਰਟੀ ਦਾ 50 ਸਾਲਾ ਮਨਾ ਰਹੇ ਸੀ ਤੇ ਉਹਨਾਂ ਦਾ ਇੱਕ ਸੁਨੇਹਾ ਜਿਹੜਾ ਮੈਂ ਸੁਣਿਆ ਜਿਹਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਉਹ ਕਹਿੰਦੇ ਵੀ ਅਸੀਂ ਬਜ਼ੁਰਗ ਜਿਹੜੇ ਆ ਨਾ, ਅਸੀਂ ਲੜੇ ਵੀ ਹਾਂ, ਅਸੀਂ ਇਤਿਹਾਸ ਵੀ ਬਣਾਇਆ, ਅਸੀਂ ਇਤਿਹਾਸ ਨੂੰ ਸਾਂਭਣਾ ਵੀ ਜਾਣਦੇ, ਪਰ ਅਸੀਂ ਬੜੇ ਸਿਰੜੀ ਹਾਂ। ਅਸੀਂ ਉਹਨਾਂ ਚਿਰ ਮਰਨ ਵਾਲੇ ਨਹੀਂ ਜਿੰਨਾ ਚਿਰ ਨੌਜਵਾਨ ਆਣ ਕੇ ਆਪਣੀ ਵਿਰਾਸਤ ਸਾਡੇ ਕੋਲ ਨਹੀਂ ਲੈ ਲੈਂਦੇ। ਤੇ ਉਹ ਉਹਨਾਂ ਦੇ ਸ਼ਬਦਾਂ ਨੇ ਮੈਨੂੰ ਉਹਨਾਂ ਨਾਲ ਜੋੜਿਆ। ਪਿਛਲੇ 5 ਸਾਲ ਉਹ ਬਹੁਤ ਇਨਰਿਚਿੰਗ ਸੀ
ਔਰ ਉਦੋਂ ਦੇਖਿਆ ਕਿ ਕਿੰਨਾ ਇਤਿਹਾਸ ਰੁਲ ਰਿਹਾ ਕਿ ਗਦਰ ਪਾਰਟੀ ਜਿਨ੍ਹਾਂ ਨੇ ਬਗੈਰ ਮਤਲਬ ਪ੍ਰਾয় ਆਪਣੀਆਂ ਕੁਰਬਾਨੀਆਂ ਕੀਤੀਆਂ, ਲੇਕਿਨ ਪਿੰਡਾਂ ਵਿੱਚ ਉਹ ਬੈਠੇ ਨੇ, ਲੇਕਿਨ ਉਹਨਾਂ ਦੇ ਬਾਰੇ 'ਚ ਪਿੰਡ ਦੇ ਨੌਜਵਾਨ ਨਹੀਂ ਜਾਣਦੇ। ਤਾਂ ਉਸ ਵੇਲੇ ਫਿਰ ਅਸੀਂ 1965 ਵਿੱਚ ਉਹ ਸਾਰੀ ਚੀਜ਼ ਨੂੰ ਖੋਜਣ ਦਾ, ਮੇਰੇ ਨਾਲ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਸੀਗੇ, ਉਹ ਮੇਰੇ ਟੀਚਰ ਸੀ। ਮੈਂ ਨਵਾਂ ਸਟੂਡੈਂਟ ਆਇਆ ਸੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੇਕਿਨ ਸਾਡੀ ਇੱਕ ਚੰਗੀ ਟੀਮ ਬਣ ਗਈ ਔਰ ਬਹੁਤ ਸਾਰੇ ਨੌਜਵਾਨ ਮਤਲਬ ਸਾਡੇ ਨਾਲ ਜੁੜੇ, ਨਵੀਂ ਚੇਤਨਤਾ ਜਿਹੜੀ ਹੈ ਉਹਦੇ 'ਚ ਪਾਉਣ ਦਾ ਮੌਕਾ ਦਿੱਤਾ। ਤੋ ਮਤਲਬ ਕਿ ਆਦਮੀ ਕੁਛ ਨਾ ਕੁਛ ਮਤਲਬ ਤਣਦਾ ਰਹਿੰਦਾ, ਜਿਵੇਂ ਮਤਲਬ ਸੁਲਤਾਨ ਬਾਹੂ ਨੇ ਕਿਹਾ ਕਿ ਬੰਦਾ ਜੁਲਾਹਾ ਹੈ ਤੇ ਜੁਲਾਹਾ ਕਈ ਕੁਛ ਤਣਦਾ ਰਹਿੰਦਾ ਤੇ ਪੱਲੇ ਉਹ ਗੇਲੀਆਂ ਹੀ ਰਹਿ ਜਾਂਦੀਆਂ ਨੇ ਜਿਹੜੀਆਂ ਤਾਣੇ ਨੂੰ ਇਕੱਠਾ ਕਰਕੇ ਸੰਭਾਲਿਆ ਹੁੰਦਾ। ਤੋ ਇਸ ਕਰਕੇ ਬਹੁਤ ਕੁਛ। ਔਰ ਫਿਰ ਜਦੋਂ ਐਮਰਜੈਂਸੀ ਆਈ ਉਹਦੇ ਤੋਂ ਬਾਅਦ ਇਹ ਚੇਤਨਤਾ ਆਈ ਕਿ ਸਭ ਤੋਂ ਜ਼ਰੂਰੀ ਜਿਹੜਾ ਹੈ ਉਹ ਲੋਕਾਂ ਦੇ ਜਮਹੂਰੀ ਹੱਕ ਨੇ, ਡੈਮੋਕ੍ਰੈਟਿਕ ਰਾਈਟਸ। ਤੋ ਉਹਦੇ ਲਈ ਲਗਾਤਾਰ 78 ਤੋਂ ਲੈ ਕੇ ਹੁਣ ਤੱਕ ਉਹ ਵੀ ਇੱਕ ਜ਼ਿੰਮੇਵਾਰੀ ਸਮਾਜਿਕ ਤੌਰ ਤੇ ਹੈ ਕਿ ਹਰ ਜਗ੍ਹਾ ਉਹ ਚੇਤਨਤਾ ਜਿਹੜੀ ਹੈ ਉਹਨੂੰ ਲਿਆਂਦਾ ਜਾਵੇ। ਜੀ ਤੁਹਾਡੇ ਮਾਤਾ ਜੀ 3 ਸਾਲ ਛੋਟੇ ਸਨ ਤੇ ਸਾਰਾ ਇੱਕ ਕਰਨਾ ਸ਼ੁਰੂ ਉਹ ਵਡਮੁੱਲਾ ਖਜ਼ਾਨਾ ਸਾਡੇ ਕੋਲ ਹੈ, ਉਹਦੇ ਵਿੱਚ ਕੋਈ ਯਾਦਗਾਰ ਅਜਿਹੀਆਂ ਲਿਖਤਾਂ ਜੋ ਤੁਹਾਡੇ ਜ਼ਹਿਨ ਵਿੱਚ ਹਮੇਸ਼ਾ ਰਹਿੰਦੀਆਂ? ਦੇਖੋ ਉਹਨਾਂ ਦੀਆਂ ਬਹੁਤ ਸਾਰੀ, ਕਿਉਂਕਿ ਉਹ 3 ਸਾਲ ਛੋਟੇ ਸੀ ਤੇ ਜਿਹੜਾ ਉਹ ਭੈਣ ਭਰਾ ਦਾ ਮਤਲਬ ਹੁੰਦਾ, ਮੇਰਾ ਖਿਆਲ ਘਰ ਵਿੱਚ ਜਿਹਨੇ ਸਭ ਤੋਂ ਜ਼ਿਆਦਾ ਕਲੋਜ਼ਲੀ ਭਗਤ ਸਿੰਘ ਦੇ ਨਾਲ ਗਰੋ ਕੀਤਾ ਔਰ ਉਹਨਾਂ ਨੂੰ ਸਮਝਿਆ ਉਹ ਮੇਰੇ ਮਦਰ ਨੇ, ਕਿਉਂਕਿ ਦੂਜੇ ਭੈਣ ਭਰਾ ਜਿਹੜੇ ਨੇ ਉਹ ਕਾਫੀ ਛੋਟੇ ਸੀਗੇ, ਕਿਉਂਕਿ ਜਿਹੜੇ ਨੈਕਸਟ ਸਾਡੇ ਮਾਮਾ ਜੀ ਕੁਲਬੀਰ ਸਿੰਘ ਸੀ ਉਹ ਉਹਨਾਂ ਤੋਂ 5-6 ਸਾਲ ਛੋਟੇ ਸੀ। ਲੇਕਿਨ ਉਹ ਉਹਨਾਂ ਦੇ ਨਾਲ ਜੁੜਨ ਦਾ ਔਰ ਉਹ ਯਾਦਾਂ ਜਿਹੜੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੀ ਸਾਰੀ ਉਮਰ ਅਖੀਰ ਤੱਕ ਉਹ ਮਤਲਬ ਸਾਨੂੰ ਬੱਚਿਆਂ ਨੂੰ ਨੈਗਲੈਕਟ ਵੀ ਨਹੀਂ ਹੋਣ ਦਿੱਤਾ, ਲੇਕਿਨ ਉਹਨਾਂ ਨੇ ਉਹ ਸਮਾਜਿਕ ਦਾਇਤਵ ਵੀ ਪਾਇਆ, ਮਤਲਬ ਸਾਨੂੰ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਤੇ ਛੱਡਤਾ ਜਿਹੜਾ ਠੀਕ ਤਰ੍ਹਾਂ ਨੂੰ ਪਾਲ ਸਕੇ, ਲੇਕਿਨ ਆਪਣੀ ਉਹ ਭਰਾ ਦੇ ਨਾਲ ਜਿਹੜੀ ਕਮਿਟਮੈਂਟ ਹੈ ਉਹਨੂੰ ਵੀ ਕਰਦੇ ਰਹੇ। ਤੋ ਜਿੱਦਾਂ ਉਹਨਾਂ ਦੀ ਇੱਕ ਯਾਦ ਤੇ ਜਿਹੜੀ ਆਮ ਤੌਰ ਤੇ ਹੁਣ ਕਾਫੀ ਉਹ ਹੈ ਕਿ ਵੀ ਜਲਿਆਂ ਸਿੰਘ ਆਏ ਤੇ ਉਹ ਉਹਨਾਂ ਦੇ ਕੋਲ ਖੂਨ ਦੇ ਭਿੱਜੀ ਹੋਈ ਮਿੱਟੀ ਦੀ ਬੋਤਲ ਸੀ ਤੇ ਉਹ ਕਹਿੰਦੇ ਮੈਂ ਤੇ ਚਾਹ ਨਾਲ ਉਹਨਾਂ ਲਈ ਅੰਬ ਰੱਖੇ ਸੀ, ਕਿਉਂਕਿ ਅਰਲੀ ਸੀਜ਼ਨ ਵਿੱਚ ਅੰਬ ਆ ਜਾਂਦੇ ਸੀ ਤੇ ਪਿਤਾ ਜੀ ਨੂੰ ਫਰੂਟ ਲਿਆਉਣ ਦਾ, ਤੇ ਮੈਂ ਕਿਹਾ ਵੀਰ ਜੀ ਮੈਂ ਤੁਹਾਡੇ ਲਈ ਅੰਬ ਰੱਖੇ ਨੇ। ਉਹ ਕਹਿੰਦੇ ਨਹੀਂ, ਅੱਜ ਮੇਰਾ ਮਨ ਬਹੁਤ ਉਦਾਸ ਹੈ ਕਿ ਮੈਂ ਇਹ ਵੈਰੀਫਾਈ ਕਰਕੇ ਆਇਆ ਕਿ ਵੀ ਕੀ ਸਾਡਾ ਵਿਦੇਸ਼ੀ ਜਿਹੜਾ ਉਹ ਇੰਨਾ ਜ਼ਾਲਮ ਹੋ ਸਕਦਾ ਕਿ ਨਿਹੱਥੇ ਬੰਦੇ ਦਾ ਕਰੇ। ਤਾਂ ਮੇਰੇ ਮਨ 'ਚ ਉਹਦੇ ਤੋਂ ਬਾਅਦ ਸਵਾਲ ਆਇਆ ਕਿ 12 ਸਾਲ ਦੇ ਭਗਤ ਸਿੰਘ ਨੂੰ ਉਹ ਕਿਹੜੀ ਚੀਜ਼ ਸੀ ਜਿਹੜੀ ਉੱਥੇ ਲੈ ਕੇ ਗਈ, ਕਿਉਂਕਿ ਮਤਲਬ ਆਪਣੇ ਆਪ ਤੇ ਔੜਦੀ ਨਹੀਂ, ਲੇਕਿਨ ਉਹ ਜਦੋਂ ਮੈਂ ਜ਼ਿਆਦਾ ਫੈਮਿਲੀ ਦੇਖਿਆ ਕਿ ਸਾਡੇ ਹੀ ਪਰਿਵਾਰ ਵਿੱਚੋਂ, ਕਿਉਂਕਿ ਜਦੋਂ ਪੜ੍ਹ ਜਾਂਦੇ ਸੀ ਨੌਕਰੀ ਮਿਲ ਜਾਂਦੀ ਸੀ ਔਰ ਨੌਕਰੀ ਤੁਹਾਨੂੰ ਤੋੜ ਦਿੰਦੀ ਸੀ। ਉਹਨਾਂ ਦੇ ਇੱਕ ਮਤਲਬ ਦਾਦਾ ਜੀ ਦੇ ਭਰਾ ਸਰਜਨ ਸਿੰਘ ਉਹਨਾਂ ਦੇ ਬੇਟੇ ਦਿਲਬਾਗ ਸਿੰਘ ਸੀ, ਉਹ ਨਾਇਬ ਤਹਿਸੀਲਦਾਰੀ ਮਿਲ ਗਈ। ਸਰਕਿਸ਼ਨ ਸਿੰਘ ਉਹਨੇ 10ਵੀਂ ਉਹਨਾਂ ਨੇ ਕੀਤੀ, ਜਦੋਂ ਮਤਲਬ ਭਗਤ ਸਿੰਘ ਦੇ ਪਿਤਾ ਜੀ ਨੂੰ ਵੀ ਮਿਲੀ ਨੌਕਰੀ, ਲੇਕਿਨ ਪੁਲਿਸ 'ਚ ਮਿਲੀ, ਉਹ ਤਾਂ ਛੱਡ ਕੇ ਆ ਗਏ। ਲੇਕਿਨ ਉਹ ਹੁਣ ਆਣ ਕੇ ਜਿਹੜਾ ਬੰਦਾ ਨੌਕਰੀ ਕਰਦਾ ਹੈ ਉਹ ਆਣ ਕੇ ਮਤਲਬ ਪਿੰਡ 'ਚ ਕਹਿੰਦਾ ਵੀ ਨਹੀਂ ਨਹੀਂ ਇਹ ਐਵੇਂ ਲੋਕੀ ਝੂਠ ਮਾਰਦੇ ਨੇ, ਇੰਨਾ ਜ਼ੁਲਮ ਥੋੜ੍ਹਾ ਹੋ ਸਕਦਾ, ਇਹ ਜ਼ਰੂਰ ਕੋਈ ਲੋਕਾਂ ਨੇ ਸ਼ਰਾਰਤ ਕੀਤੀ ਹੋਣੀ ਹੈ ਜਿਹਦੇ ਹੋਇਆ। ਤੇ ਮੈਂ ਕਿਹਾ ਉਹਨਾਂ ਦੇ ਦਾਦਾ ਜੀ ਨੇ ਭਗਤ ਸਿੰਘ ਨੂੰ ਇੱਕੋ ਗੱਲ ਦੱਸੀ ਵੀ ਕੋਈ ਜਸਟ ਸੁਣ ਕੇ ਨਹੀਂ ਮੰਨਣੀ, ਤੁਸੀਂ ਜਿੱਥੋਂ ਤੱਕ ਹੋ ਸਕੇ ਉਹਨੂੰ ਵੈਰੀਫਾਈ ਕਰੋ। ਤੇ 12 ਸਾਲ ਦਾ ਬੱਚਾ ਜਿਹੜਾ ਹੈ ਉਹ ਵੀ ਮੈਂ ਜਾ ਕੇ ਦੇਖਾਂ ਕਿ ਇਹਨਾਂ ਦੋਵਾਂ 'ਚੋਂ ਨਿਤਾਰਾ ਕੀ ਹੈ, ਤੇ ਉਹ ਨਿਤਾਰਾ ਕਰਦੇ ਨੇ। ਫਿਰ ਜਿੱਦਾਂ ਉਹਨਾਂ ਨੇ ਦੂਜੀ ਜਿਹੜੀ ਗੱਲ ਬਹੁਤ ਹੀ ਕਮਾਲ ਦੀ ਮੈਨੂੰ ਸੁਣਾਈ ਔਰ ਉਹਦੇ ਨਾਲ ਮੇਰੀ ਆਪਣੀ ਦ੍ਰਿਸ਼ਟੀ ਵੀ ਬਦਲੀ ਕਿ 1921 ਵਿੱਚ ਨਨਕਾਣਾ ਸਾਹਿਬ ਵਾਲਾ ਸਾਕਾ ਹੁੰਦਾ, ਹੁਣੇ ਆਪਾਂ 100 ਸਾਲਾ ਮਨਾਇਆ ਉਹਦਾ, ਜਿਹਦੇ ਵਿੱਚ 139 ਸਿੱਖਾਂ ਨੂੰ ਮਹੰਤ ਨੇ ਆਪਣੇ ਗੁੰਡਿਆਂ ਨਾਲ ਮਰਵਾਤਾ ਸੀ। ਔਰ ਉਹਦੇ 'ਚ ਜਿਹੜੀ ਤਸਵੀਰ ਭਗਤ ਸਿੰਘ ਦੇ ਸਾਹਮਣੇ ਆਈ ਉਹ ਸੀ ਕਿ ਜਥੇਦਾਰ ਲਛਮਣ ਸਿੰਘ ਐਕਚੁਅਲੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠੇ ਹੋਏ ਸੀ, ਉਹ ਉਹਦੇ 'ਚੋਂ ਸ਼ਬਦ ਪੜ੍ਹ ਰਹੇ ਸੀ ਤੇ ਉਹਨਾਂ 'ਤੇ ਗੋਲੀ ਮਾਰੀ ਗਈ। ਤਾਂ ਭਗਤ ਸਿੰਘ ਕਹਿੰਦੇ ਇਹਦਾ ਮਤਲਬ ਹੈ ਕਿ ਵੀ ਅਸਲ ਵਿੱਚ ਇਹ ਸਿਰਫ ਇੱਥੇ ਦੀ ਪ੍ਰਾਪਰਟੀ ਨਹੀਂ ਲੁੱਟ ਰਹੇ ਮਹੰਤ, ਇਹ ਉਸ ਗਿਆਨ ਨੂੰ ਵੀ ਲੋਕਾਂ ਤੱਕ ਨਹੀਂ ਜਾਣ ਦੇਣਾ ਚਾਹੁੰਦੇ। ਔਰ ਉਹਦੀ ਤਾਂ ਇਹ ਹੋਈ ਕਿ ਭਗਤ ਸਿੰਘ ਨੇ, ਕਿਉਂਕਿ ਉਦੋਂ ਗੁਰਮੁਖੀ ਆਮ ਤੌਰ ਤੇ ਸਕੂਲ 'ਚ ਨਹੀਂ ਸੀ ਪੜ੍ਹਾਈ ਜਾਂਦੀ, ਉਰਦੂ ਮੇਨ ਸੀਗਾ, ਤੇ ਉਹਨਾਂ ਨੇ ਖੁਦ ਗੁਰਮੁਖੀ ਸਿੱਖਣੀ ਸ਼ੁਰੂ ਕੀਤੀ। ਔਰ 6-7 ਮਹੀਨਿਆਂ ਬਾਅਦ ਜਦੋਂ ਮੇਰੇ ਮਦਰ ਨੂੰ ਮਿਲੇ ਤੇ ਉਹ ਕਹਿੰਦੇ ਅਮਰੋ ਕੀ ਪੜ੍ਹ ਰਹੀ ਹੈ? ਉਹ ਕਹਿੰਦੇ ਮੈਂ ਤੇ 5 ਗ੍ਰੰਥ ਹੀ ਪੜ੍ਹ ਰਹੀ ਹਾਂ। ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਪੜ੍ਹਾ ਹੈ, ਬਲ ਗ੍ਰੰਥ ਸਾਹਿਬ ਦਾ ਮੂਲ ਜਿਹੜਾ ਹੈ ਉਹ ਕਹਿੰਦੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਵਿੱਚ ਹੈ
ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਅੰਤਕਾ ਚ ਆਉਂਦੇ ਨੇ, ਔਰ ਉਹਦੇ ਵਿੱਚ ਇੱਕ ਦੋਹਰਾ ਹੈ ਜਿਹੜਾ ਗੁਰਮੰਤਰ ਹੈ, ਔਰ ਉਹ ਦੋਹਰਾ ਇਹ ਹੈਗਾ ਕਿ ਬਲ ਛੁੱਟ ਕੇ ਉਹ ਬੰਧਨ ਪੜੇ, ਕਿਛੂ ਨਾ ਹੋ ਤੋ ਪਾਏ, ਕਹੇ ਨਾਨਕ ਹਰੀ ਕੇ ਓਟ ਜੈਸੇ ਗਲ ਹੋਏ ਸਹਾਏ। ਕਿ ਜੇ ਤੁਸੀਂ ਬਲਹੀਨ ਹੋ, ਫਿਰ ਤੁਸੀਂ ਬੰਧਨ ਵਿੱਚ ਹੋ, ਫਿਰ ਤੁਸੀਂ ਕੁਝ ਨਹੀਂ ਕਰ ਸਕਦੇ, ਫਿਰ ਤੇ ਅਰਦਾਸ ਕਰਨ ਜੋਗੇ ਹੀ ਹੈਗੇ। ਜਦੋਂ ਉਹ ਫਿਰ ਇੱਕ ਪੁਰਾਣਿਕ ਕਹਾਣੀ ਸੁਣਾਤੀ, ਲੇਕਿਨ ਉਹਦਾ ਅਗਲਾ ਜਿਹੜਾ ਸ਼ਲੋਕ ਹੈ ਉਹ ਉਹਦਾ ਜਵਾਬ ਹੈ ਕਿ ਬਲ ਹੁਆ ਬੰਧਨ ਛੂਟੇ, ਸਭ ਕੁਝ ਹੋ ਤ ਪਾਏ, ਕਹੇ ਨਾਨਕ, ਨਾਨਕ ਬਲ ਇੱਥੇ ਕਹੇ ਨਹੀਂ ਹੈ, ਬਲ ਹੁਆ ਬੰਧਨ ਛੂਟੇ, ਸਭ ਕੁਝ ਹੋ ਤ ਪਾਏ, ਨਾਨਕ ਤੁਮਰੇ ਹਾਥ ਮੇ ਤੁਮ ਹੀ ਹੋਏ ਸਹਾਏ। ਕਿ ਤੁਸੀਂ ਆਪਣਾ ਸਹਾਰਾ ਬਣਨਾ ਆਪ ਹੀ, ਤੁਸੀਂ ਮਤਲਬ ਹੈ ਤੁਹਾਡੇ ਹੀ ਹੱਥ ਵਿੱਚ ਹੈ ਜੇ ਤੁਸੀਂ ਬਲਵਾਨ ਹੋ। ਤੋ ਕਹਿੰਦੇ ਇਹਦਾ ਮਤਲਬ ਹੈ ਕਿ ਅਸਲ ਲੜਾਈ ਜਿਹੜੀ ਹੈ ਉਹ ਤੇ ਨਿਰਬਲਤਾ ਨੂੰ ਦੂਰ ਕਰਕੇ ਬਲਵਾਨ ਬਣਦੀ ਹੈ। ਔਰ ਨਿਰਬਲਤਾਵਾਂ, ਸਰੀਰਕ ਨਿਰਬਲ ਹੋਣਾ, ਉਹ ਮਤਲਬ ਸਿਹਤ ਹੋਣਾ ਚਾਹੀਦਾ। ਇਹੀ ਮੈਸੇਜ ਉਹਨਾਂ ਨੇ ਆਪਣੇ ਛੋਟੇ ਭਰਾ ਦੇ ਨਾਂ ਅਖੀਰ ਤੇ 3 ਮਾਰਚ ਨੂੰ ਦਿੱਤਾ, ਤਿੰਨ ਸ਼ਬਦਾਂ 'ਚ ਕਿ ਸਿਹਤ ਦਾ ਖਿਆਲ ਰੱਖਣਾ, ਹੌਸਲੇ ਨਾਲ ਰਹਿਣਾ ਤੇ ਮਿਹਨਤ ਨਾਲ ਪੜ੍ਹਨਾ। ਤਾਂ ਉਹ ਜਿਹੜੀ ਬਲਵਾਨ ਬਣਨ ਦੀ ਪ੍ਰਕਿਰਿਆ ਹੈ, ਔਰ ਮੈਂ ਦੇਖਿਆ ਕਿ ਵੀ ਭਗਤ ਸਿੰਘ ਉਹਨਾਂ ਦਾ ਸਾਰਾ ਜਿਹੜਾ ਮਤਲਬ ਹੈ ਕਿ ਇੰਨਾ ਪੜ੍ਹਨਾ, ਇੰਨਾ ਸਮਝਣਾ, ਹਰ ਚੀਜ਼ ਨੂੰ ਮਤਲਬ ਡਿਟੇਲ ਵਿੱਚ ਸਮਝ ਕੇ ਉਹਦੇ ਤੋਂ ਇੱਕ ਵਿਚਾਰ ਬਣਾਉਣਾ, ਇਤਿਹਾਸ ਨੂੰ, ਇਤਿਹਾਸ ਦਾ ਨਿਯਮ ਕੀ ਹੈ ਔਰ ਅਸਲ ਪ੍ਰੋਬਲਮ ਕੀ ਹੈ। ਜਿੱਦਾਂ ਉਹਨਾਂ ਦਾ ਇਹ ਕਹਿਣਾ ਕਿ ਵੀ ਅਸੀਂ ਰਾਜ ਬਦਲਣਾ ਮਤਲਬ ਏਡੀ ਵੱਡੀ ਪ੍ਰੋਬਲਮ ਨਹੀਂ ਹੈ, ਅਸਲ ਪ੍ਰੋਬਲਮ ਹੈ ਕਿ ਰਾਜ ਨੇ ਜਿਹੜੀਆਂ ਲੋਕਾਂ ਲਈ ਸਮੱਸਿਆਵਾਂ ਖੜੀਆਂ ਕੀਤੀਆਂ ਨੇ ਉਹਦਾ ਹੱਲ ਕੀ ਹੈ। ਔਰ ਉਹ ਆਪਣੇ ਆਪ ਨੂੰ ਕਹਿੰਦੇ ਕਿ ਮੇਰਾ ਰੀਅਲਿਜ਼ਮ ਬਿਕੇਮ ਮਾਈ ਕਲਟ, ਕਿ ਯਥਾਰਥ ਜਿਹੜਾ ਹੈ ਉਹ ਮੇਰਾ ਮੂਲ ਹੋ ਗਿਆ, ਕਿ ਅਸਲੀਅਤ ਜਿਹੜੀ ਹੈ ਉੱਥੇ ਕੋਈ ਬਹਿਸ ਨਹੀਂ ਹੁੰਦੀ, ਉਹਨੂੰ ਸਮਝ ਕੇ ਉਹਨੂੰ ਬਦਲਣ ਦੀ ਲੋੜ ਪੈਂਦੀ ਹੈ। ਔਰ ਉਦੋਂ ਉਹਨਾਂ ਨੇ ਕਿਹਾ ਕਿ ਨਾ ਬਰਾਬਰੀ ਅੰਗਰੇਜ਼ ਰਾਜ ਦਾ ਜਿਹੜਾ ਸਾਡੇ ਤੇ ਸਭ ਤੋਂ ਵੱਡਾ ਸ਼ਰਾਪ ਹੈ, ਉਹ ਮਹਾਨ ਨਾ ਬਰਾਬਰੀ। ਉਹਨਾਂ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ 'ਚ ਲਿਖਿਆ ਕਿ ਅਸੀਂ ਉਸ ਸਵਰਾਜ ਦੀ ਕੰਮ ਕਰ ਰਹੇ ਹਾਂ ਜਿਹੜਾ 99% ਲੋਕਾਂ ਲਈ ਹੋਏਗਾ ਔਰ 99% ਲੋਕਾਂ ਦੀ ਹਿੱਸੇਦਾਰੀ ਨਾਲ ਆਏਗਾ। ਤੋ ਉਹ ਜਿਹੜਾ ਹੈ, ਤੋ ਉਹ ਭਗਤ ਸਿੰਘ ਦਾ ਬਣਨਾ, ਮਤਲਬ ਉਹ ਮੈਨੂੰ ਲੱਗਦਾ ਕਿ ਉਹ ਜਿਹੜਾ ਮੂਲ ਮੰਤਰ ਉਹਨਾਂ ਨੇ ਸਿੱਖ ਲਿਆ, ਉਹਨੂੰ ਜ਼ਿੰਦਗੀ 'ਚ ਕਿਵੇਂ ਅਪਣਾਇਆ, ਉਹ ਭਗਤ ਸਿੰਘ ਦੀ ਪੂਰੀ ਪ੍ਰਕਿਰਿਆ ਮਤਲਬ ਹੈਗੀ। ਜੀ, ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਗੁਰਮੁਖੀ ਸਿੱਖਣ ਤੋਂ ਬਾਅਦ ਸਾਹਿਬ ਪੜ੍ਹਿਆ, ਪਰ ਮੈਂ ਨਾਸਤਿਕ ਕਿਉਂ ਵਾਲੀ ਜਦੋਂ ਕਿਤਾਬ ਦਾ ਪਰਿਚੈ ਦੇਣ ਲੱਗਿਆ ਕੋਈ ਵੀ, ਤਾਂ ਕਿਹਾ ਜਾਂਦਾ ਹੈ ਕਿ ਉਹ ਨਾਸਤਿਕ ਸੀ। ਨਹੀਂ ਦੇਖੋ, ਇਹਦੇ 'ਚ ਵੀ ਨਾ ਜਿਹੜਾ ਇੱਕ ਤਾਂ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਸਤਿਕ ਨਾਸਤਿਕ ਜਿਹੜਾ ਹੈ ਉਹ ਸਿਰਫ ਇੱਕ ਵਾਰੀ ਸ਼ਬਦ ਆਉਂਦਾ। ਇਹ ਜਿਹੜਾ ਹੁਣ ਨਾਸਤਿਕਤਾ ਨੂੰ ਅਸੀਂ ਮਤਲਬ ਕਰ ਰਹੇ ਆਸਤਿਕ ਨਾਸਤਿਕ ਵਾਲੀ, ਇਹ ਡਿਬੇਟ ਬ੍ਰਿਟਿਸ਼ਰ ਦੀ ਸੀਗੀ, ਮਤਲਬ ਇਹ ਕ੍ਰਿਸਚੀਅਨਸ ਦੀ ਸੀਗੀ ਕਿ ਬਾਈਬਲ ਨੂੰ ਅਥਾਰਟੀ ਕੌਣ ਮੰਨਦਾ ਹੈ ਔਰ ਬਾਈਬਲ ਦੀ ਅਥਾਰਟੀ ਨੂੰ ਚੈਲੰਜ ਕੌਣ ਕਰਦਾ ਹੈ। ਮਤਲਬ ਐਥਿਜ਼ਮ ਜਿਹੜਾ ਹੈ ਉਹ ਉੱਥੋਂ ਆਇਆ। ਲੇਕਿਨ ਜੇ ਤੁਸੀਂ ਭਗਤ ਸਿੰਘ ਦਾ ਪੜ੍ਹੋ ਤਾਂ ਭਗਤ ਸਿੰਘ ਕਹਿੰਦਾ ਕਿ ਜਿੱਦਾਂ ਹੁਣ ਇਹੀ ਹੈ ਕਿ ਬਲ ਕਿਵੇਂ ਆਏਗਾ ਤੁਹਾਡੇ 'ਚ, ਉਹਦੇ 'ਚ ਅਗਰ ਤੁਸੀਂ ਦੇਖੋ, ਉਹ ਕਹਿੰਦੇ ਆ ਕਿ ਵੀ ਤੁਸੀਂ ਜਦੋਂ ਤੁਹਾਡੇ ਤੇ ਭੀੜ ਬਣੀ, ਫਿਰ ਤੁਸੀਂ ਆਪ ਸੋਚਣ ਦੇ ਕਾਬਲ ਅਗਰ ਨਹੀਂ ਹੈਗੇ, ਤੁਸੀਂ ਕੋਈ ਸਹਾਰੇ ਦੀ ਡੰਗੋਰੀ ਤੇ ਚੱਲ ਰਹੇ ਹੋ, ਤਾਂ ਫਿਰ ਤੁਸੀਂ ਮਤਲਬ ਆਪਣੇ ਪੈਰ ਤੁਹਾਡੇ ਖਿਸਕ ਜਾਣਗੇ। ਤੋ ਜੇ ਤੁਸੀਂ ਮਤਲਬ ਆਉਣ ਵਾਲੇ ਸਮੇਂ ਨੂੰ ਅੱਖ ਨਾਲ ਅੱਖ ਪਾ ਕੇ ਦੇਖਣਾ ਤੇ ਤੁਹਾਨੂੰ ਆਪਣੇ ਆਪ ਵਿੱਚ ਯਕੀਨ ਪੈਦਾ ਕਰਨਾ ਪਏਗਾ। ਔਰ ਰੱਬ ਵੀ ਜਿਹੜਾ ਹੈ ਉਹ ਇੱਕ ਬੰਦੇ ਦਾ ਕ੍ਰੀਏਟ ਕੀਤੀ ਹੋਈ ਸੰਕਲਪ ਹੈ। ਤੋ ਭਗਤ ਸਿੰਘ ਨੂੰ ਕਿਉਂਕਿ ਉਹਨਾਂ ਕਿਸੇ ਨੇ ਕਹਿਤਾ ਕਿ ਤੂੰ ਰੱਬ 'ਚ ਤੂੰ ਪਾਠ ਪੂਠ ਕਰਿਆ ਕਰੇ, ਉਹ ਕਹਿੰਦੇ ਭਾਈ ਮੈਂ ਬਹੁਤ ਸੋਚ ਸਮਝ ਕੇ ਇੱਥੋਂ ਤੱਕ ਪਹੁੰਚਾ ਕਿ ਆਪਣੇ ਆਪ ਵਿੱਚ ਯਕੀਨ ਪੈਦਾ ਕਰਨ ਲਈ ਤੁਹਾਨੂੰ ਕਿੱਦਾਂ ਵਿਚਾਰ ਮਜ਼ਬੂਤ ਹੋਣੇ ਚਾਹੀਦੇ ਨੇ। ਤੋ ਮੈਂ ਸਮਝਦਾ ਕਿ ਬਲਵਾਨ ਜਿਹੜੀ ਬਲ ਦੀ ਪਰਿਭਾਸ਼ਾ ਹੈ, ਭਗਤ ਸਿੰਘ ਉਹਨੂੰ ਐਕਸਟੈਂਡ ਕਰਦੇ ਨੇ ਔਰ ਨੌਜਵਾਨਾਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਆਪਣੇ ਆਪ ਵਿੱਚ ਯਕੀਨ ਪੈਦਾ ਕਰੋ। ਕਿਉਂਕਿ ਜਦੋਂ ਹੁਣ ਆਪਣੇ ਤੇ ਕੋਈ ਭੀੜ ਆਉਂਦੀ ਤੇ ਆਪਾਂ ਮਤਲਬ ਮੱਥਾ ਟੇਕਣ ਚਲੇ ਜਾਂਦੇ ਆ, ਇਹਦਾ ਮਤਲਬ ਅਸੀਂ ਇਹ ਨਹੀਂ ਸਮਝਦੇ ਕਿ ਅਸਲ ਪ੍ਰੋਬਲਮ ਕਿੱਥੇ ਹੈ। ਜੇ ਬਿਮਾਰੀ ਹੈਗੀ ਹੈ ਤੇ ਬਿਮਾਰੀ ਦਾ ਕੋਈ ਕਾਰਨ ਹੈ, ਕਾਰਨ ਨੂੰ ਕਿੱਥੋਂ ਮਤਲਬ ਕਾਰਨ ਦੂਰ ਕਰਾਂਗੇ ਤੇ ਬਿਮਾਰੀਆਂ ਆਉਣ ਵੀ ਤਾਂ ਦੂਰ ਹੋਣਗੀਆਂ। ਤੇ ਜੇ ਅਸੀਂ ਅੱਗੇ ਝੁੱਕ ਕੇ ਮੱਥਾ ਟੇਕਣ ਲੱਗ ਪਏ, ਇਹਦਾ ਮਤਲਬ ਅਸੀਂ ਸਰੈਂਡਰ ਕਰਦੇ ਹਾਂ। ਤਾਂ ਫਿਰ ਉਹੀ ਗੱਲ ਹੈ ਕਿ ਮਤਲਬ ਬਲ ਜਿਹੜਾ ਹੈ ਕਿ ਤੁਸੀਂ ਨਿਰਬਲ ਹੈਗੇ ਹੋ ਤੇ ਫਿਰ ਤੁਸੀਂ ਡਿਪੈਂਡੈਂਟ ਹੋ। ਔਰ ਭਗਤ ਸਿੰਘ ਦੀ ਮੂਲ ਉਹ ਵਿਚਾਰਧਾਰਾ ਹੈ। ਉਹ ਕਹਿੰਦੇ ਮੈਂ ਕਿਉਂਕਿ ਜੀਵਨ ਭਰ ਬਹੁਤ ਮੁਸ਼ਕਲ ਹਾਲਤਾਂ ਵਿੱਚ ਵੀ ਆਪਣੇ ਆਪ ਨੂੰ ਕਾਇਮ ਰੱਖ ਸਕਿਆ। ਔਰ ਉਹਦੇ 'ਚ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸਮਾਜ ਵਿੱਚ, ਇਹ ਗਾਂਧੀ ਦੇ ਉੱਤੇ ਉਹਨਾਂ ਦੇ ਇੱਕ ਬੜਾ ਵਧੀਆ ਪ੍ਰਤੀਕ ਸੀਗਾ ਕਿ ਗਾਂਧੀ ਇਜ਼ ਅ ਫਿਲੈਂਥਰੋਪਿਸਟ,
ਮਤਲਬ ਭਲਾ ਚਾਹੁਣ ਵਾਲਾ ਆਦਮੀ ਬੜਾ ਭਲਾ ਆਦਮੀ ਹੈ। ਉਹ ਇਹ ਚਾਹੁੰਦਾ ਕਿ ਲੋਕਾਂ ਦਾ ਭਲਾ ਹੋਵੇ, ਇਸ 'ਚ ਕੋਈ ਸ਼ੱਕ ਨਹੀਂ। ਲੇਕਿਨ ਲੋਕਾਂ ਦਾ ਭਲਾ ਚਾਹੁਣ ਨਾਲ ਭਲਾ ਨਹੀਂ ਹੁੰਦਾ। ਤੁਹਾਨੂੰ ਇੱਕ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਸਮਾਜਿਕ ਸ਼ਕਤੀ ਚਾਹੀਦੀ ਹੁੰਦੀ, ਔਰ ਉਹ ਸ਼ਕਤੀ ਜਿਹੜੀ ਹੈ ਉਹ ਤੁਹਾਨੂੰ ਮਤਲਬ ਪੈਦਾ ਹੋਏਗੀ ਸਮਾਜ ਵਿੱਚ, ਤਾਂ ਸਮਾਜ ਤਬਦੀਲੀ ਆਏਗੀ। ਤਾਂ ਮੈਂ ਸਮਝਦਾ ਕਿ ਇਸ ਬਹਿਸ ਤੋਂ ਅੱਜ ਸਾਨੂੰ ਉੱਪਰ ਉੱਠਣਾ ਚਾਹੀਦਾ, ਕਿਉਂਕਿ ਅੱਜ ਵੀ ਅਸੀਂ ਕਹਿੰਦੇ ਕਿ ਤੁਸੀਂ ਮੱਥਾ ਟੇਕ ਲਓਗੇ ਤੇ ਤੁਹਾਡਾ, ਲੇਕਿਨ ਈਵਨ ਗੁਰੂ ਗ੍ਰੰਥ ਸਾਹਿਬ ਵੀ ਇਹ ਨਹੀਂ ਕਹਿੰਦਾ। ਗੁਰੂ ਗ੍ਰੰਥ ਸਾਹਿਬ ਤੇ ਇਹ ਕਹਿੰਦਾ ਹੈ ਕਿ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਜਿਹੜਾ ਬੰਦਾ ਆਪਣੀ ਮਿਹਨਤ ਕਰਕੇ ਉਹ ਮਿਹਨਤ ਵਿੱਚੋਂ ਕੁਛ ਹਿੱਸਾ ਸਮਾਜਿਕ ਹਿੱਤ ਵਿੱਚ ਦਿੰਦਾ ਹੈ, ਅਸਲ ਜ਼ਿੰਦਗੀ ਦਾ ਰਾਹ ਤੇ ਉਹਨੇ ਪਛਾਣਿਆ। ਇਹ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ। ਉਹਨਾਂ ਦਾ ਇਹ ਵੀ ਹੈ ਕਿ ਵੀ ਤੁਸੀਂ ਗੁਰਮੁਖ ਬਣੋ, ਮਨਮੁਖ ਨਾ ਬਣੋ। ਮਤਲਬ ਦੋ ਕੈਟੇਗਰੀਜ਼ ਗੁਰੂ ਨਾਨਕ ਨੇ ਬਹੁਤ ਹੀ ਖੂਬਸੂਰਤੀ ਨਾਲ ਦਿੱਤੀਆਂ, ਜਿਹਨੂੰ ਅਸੀਂ ਵਿਚਾਰਦੇ ਨਹੀਂ, ਕਿ ਗੁਰ ਦੇ ਉੱਤੇ ਚਲੋ, ਪ੍ਰਿੰਸੀਪਲ ਤੇ ਚਲੋ, ਗੁਰਮੁਖ। ਜਿਹੜਾ ਮਨ ਨੂੰ ਲੈ ਕੇ ਚੱਲਦਾ ਉਹ ਮਨਮੁਖ ਹੈ। ਅੱਜ ਇਸ ਪੂਰੀ ਮਾਰਕੀਟ ਨੇ ਤੁਹਾਨੂੰ ਮਨਮੁਖ ਬਣਾਤਾ ਹੈ। ਆਪਾਂ ਇਸ ਕਰਕੇ ਨਹੀਂ ਖਾਂਦੇ ਕਿ ਮੈਨੂੰ ਇਹਦੇ ਚੋਂ ਪੌਸ਼ਟਿਕਤਾ ਮਿਲਣੀ ਹੈ, ਇਸ ਕਰਕੇ ਇਹ ਸਵਾਦ ਹੈ, ਔਰ ਉਹ ਵੀ ਟੇਸਟ ਦੀ ਬਿਜ਼ਨਸ ਕਰਦੇ ਨੇ। ਪੌਸ਼ਟਿਕਤਾ ਕੱਢ ਦਿੰਦੇ ਨੇ ਤੇ ਟੇਸਟ ਰਹਿਣ ਦਿੰਦੇ ਨੇ। ਇਸੇ ਕਰਕੇ ਅੱਜ ਬਿਮਾਰੀ 'ਚ ਉਹ ਹੀ ਫਸਦਾ ਹੈ ਜਿਹੜਾ ਬਾਜ਼ਾਰੀ ਖਾਣਾ ਖਾ ਰਿਹਾ, ਕਿਉਂਕਿ ਉਹ 'ਚ ਚਾਹੀਦੀ ਹੈ। ਤੋ ਇਸ ਕਰਕੇ ਮੇਰਾ ਖਿਆਲ ਉਹ ਜਿਹੜਾ ਸਵਾਲ ਹੈ ਉਹਨੂੰ ਮਤਲਬ ਉਹਨਾਂ ਦੇ ਨਜ਼ਰੀਏ ਤੋਂ ਔਰ ਆਉਣ ਵਾਲੇ ਜਵਾਨਾਂ, ਔਰ ਉਹਨਾਂ ਨੇ ਬੜਾ ਸਾਫ਼ ਲਿਖਿਆ ਕਿ ਜਦੋਂ ਨੌਜਵਾਨ ਬੜੀ ਸਪਸ਼ਟਤਾ ਨਾਲ ਮਤਲਬ ਇਸ ਹਾਲਤ ਨੂੰ ਸਮਝ ਲੈਣਗੇ ਔਰ ਫਿਰ ਉਹਦੇ ਹੱਲ ਲਈ ਉਹ ਜ਼ਿੰਦਗੀ ਲਗਾ ਦੇਣਗੇ, ਫਿਰ ਤੁਹਾਨੂੰ ਕੋਈ ਡਰ ਨਹੀਂ ਹੈ। ਕਿਉਂਕਿ ਅਸੀਂ ਕਹਿੰਦੇ ਗੁਰੂ ਨਾਨਕ ਜੀ ਨੇ ਤੇ ਕਿਹਾ ਕਿ ਵੀ ਅਖੀਰ ਤੇ ਜਿਹੜਾ ਬ੍ਰੌਡਰ ਕਾਸਮਿਕ ਪਾਵਰ ਹੈ ਉਹਦੇ ਨਾਲ ਤੁਹਾਨੂੰ ਜੁੜਨ ਲਈ ਦੋ ਸ਼ਬਦ ਦਿੱਤੇ ਉਹਨਾਂ ਨੇ, ਨਿਰਭਉ ਤੇ ਨਿਰਵੈਰ। ਇਹਦਾ ਮਤਲਬ ਬੰਦੇ ਵਿੱਚ ਦੋ ਗੁਣ ਨੇ ਜਿਨ੍ਹਾਂ ਨਾਲ ਉਹ ਮਤਲਬ ਆਪਣੀ ਜਿਹੜੀ ਕਾਸਮਿਕ ਪਾਵਰ ਹੈ ਉਹਦੇ ਨਾਲ ਜੁੜ ਸਕਦਾ। ਉਹ ਹੈ ਨਿਰਭਉ ਤੇ ਨਿਰਵੈਰ। ਉਹ ਤੇ ਸਾਡੇ ਕੋਲ ਨੇ ਨਾ ਜੀ। ਔਰ ਨਿਰਭੈ ਕਿਵੇਂ ਹੋਈਏ? ਮਤਲਬ ਨਿਰਵੈਰ ਹੋਣ ਨਾਲ ਨਿਰਭੈ ਹੋ ਸਕਦੇ ਹੋ, ਕਿਉਂਕਿ ਜੇ ਸਿਰਫ ਨਿਰਭੈ ਹੋ ਗਿਆ ਤੇ ਫਿਰ ਤੇ ਉਹ ਮਤਲਬ ਲੋਕਾਂ ਨੂੰ ਵਕਤ ਪਾਈ ਫਿਰੇਗਾ, ਕੋਈ ਡਰ ਨਹੀਂ ਹੈ। ਲੇਕਿਨ ਵੈਰ ਵੀ ਨਾ ਹੋਵੇ, ਫਿਰ ਤੁਸੀਂ ਮਤਲਬ ਆਪਣੀ ਡਿਊਟੀ ਕਰਨ ਲਈ ਨਿਰਭਉ ਹੋਵੋ। ਤਾਂ ਮੈਂ ਸਮਝਦਾ ਕਿ ਉਹ ਸਾਰੇ ਸੰਕਲਪ ਭਗਤ ਸਿੰਘ ਦੇ ਔਰ ਉਹਨਾਂ ਦੇ ਸਾਥੀਆਂ ਵਿੱਚ ਮੈਨੂੰ ਬੜੇ ਸਾਫ਼ ਲੱਗਦੇ ਨੇ ਕਿ ਉਹਨਾਂ ਨੇ ਉਸ ਗੁਣ ਨੂੰ ਜੀਵਿਆ। ਲੇਕਿਨ ਸਾਡੇ 'ਚ ਕਿਉਂਕਿ ਅਸੀਂ ਉਸ 'ਚ ਫਸੇ ਹੋਏ ਹਾਂ, ਅਸੀਂ ਮਤਲਬ ਉਹਦੇ ਤੋਂ ਦੂਰ ਜਾਣਾ ਚਾਹੁੰਦੇ ਹਾਂ। ਇਸ ਕਰਕੇ ਇਹ ਬਹਿਸ ਜਿਹੜੀ ਹੈ ਇਹ ਮੈਨੂੰ ਲੱਗਦਾ ਨਿਗੁਣੀ ਹੈਗੀ ਹੈ। ਅੱਛਾ, ਤੁਸੀਂ ਮੌਜੂਦਾ ਫਰੀडम ਫਾਈਟਰ ਜਿਵੇਂ ਅੱਜ ਕੱਲ੍ਹ ਦੇ ਹਾਲਾਤ ਬਣੇ ਹੋਏ ਨੇ, ਉਹਦੇ ਵਿੱਚ ਤੁਸੀਂ ਫਰੀडम ਫਾਈਟਰ ਕਿਹਨਾਂ ਨੂੰ ਕਹੋਗੇ? ਦੇਖੋ, ਮੈਂ ਸਮਝਦਾ ਕਿ ਅੱਜ ਮਤਲਬ ਅਸੀਂ ਕਿਉਂਕਿ ਹਰ ਯੁੱਗ ਵਿੱਚ ਨਵੇਂ ਚੈਲੰਜਸ ਆਉਂਦੇ ਨੇ। ਜੇ ਮਤਲਬ ਆਜ਼ਾਦੀ ਮਤਲਬ 100 ਸਾਲ ਲੜੇ ਅਸੀਂ ਈਸਟ ਇੰਡੀਆ ਕੰਪਨੀ ਦੇ ਖਿਲਾਫ 1757 ਤੋਂ 1857। 1857 ਵਿੱਚ ਈਸਟ ਇੰਡੀਆ ਕੰਪਨੀ ਖਤਮ ਹੋ ਗਈ। ਇਹਦਾ ਮਤਲਬ ਲੋਕਾਂ ਨੇ ਅੱਧੀ ਜਿੱਤ ਤੇ ਕੀਤੀ ਨਾ ਜੀ। ਉਸ ਤੋਂ ਬਾਅਦ ਅੰਗਰੇਜ਼ ਰਾਜ ਆ ਗਿਆ, ਡਾਇਰੈਕਟ ਰੂਲ ਆ ਗਿਆ। ਵਿਕਟੋਰੀਆ ਨੇ ਕਹਿਤਾ ਕਿ ਜੀ ਮੈਂ ਤੁਹਾਨੂੰ ਹਰ ਹੱਕ ਮਿਲੇਗਾ, ਤੁਸੀਂ ਮੇਰੇ ਸਿਟੀਜ਼ਨ ਹੋ ਗਏ ਹੁਣ। ਉਹ ਇਸ ਭਰਮ ਵਿੱਚ ਉਹਨੇ 30-40 ਸਾਲ ਲਗਾਏ, ਲੇਕਿਨ ਸਾਡੇ ਗਦਰ ਪਾਰਟੀ ਦੇ ਬਾਬਿਆਂ ਨੇ ਉਹ ਭਰਮ ਦੂਰ ਕਰਤਾ ਕਿ ਭਾਈ ਇਹ ਐਵੇਂ ਭਰਮ ਹੈ ਕਿ ਅਸੀਂ ਉਹਨਾਂ ਦੇ ਬਰਾਬਰ ਆ ਜਿਹੜੇ ਇੰਗਲੈਂਡ ਦੇ ਵਸਨੀਕ ਨੇ, ਸਾਨੂੰ ਇਹ ਵਿਤਕਰੇ ਨਾਲ ਦੇਖਦੇ ਨੇ। ਫਿਰ 90 ਸਾਲ ਲੱਗੇ ਮਤਲਬ ਅੰਗਰੇਜ਼ ਨੂੰ ਉੱਥੋਂ ਜਾਣ ਵਿੱਚ। ਉਹ ਪਹਿਲੇ ਸਾਲਾਂ ਵਿੱਚ ਕਾਫੀ ਕੁਛ ਅਸੀਂ ਉਹਦਾ ਮਤਲਬ ਜਿਹੜਾ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਜਿੱਦਾਂ ਹੁਣ ਭਗਤ ਸਿੰਘ ਉਸ ਐਜੂਕੇਸ਼ਨ ਦਾ ਪਾਰਟ ਨੇ ਜਾਂ ਉਹਨਾਂ ਦੇ ਸਾਥੀ, ਜਿਹੜਾ ਇੱਕ ਕੌਮ ਦੀ ਲੋੜ ਵਿੱਚੋਂ ਨਿਕਲੀ ਹੋਈ ਐਜੂਕੇਸ਼ਨ ਕਿ ਵੀ ਤੁਸੀਂ ਕਾਹਦੇ ਲਈ ਪੜ੍ਹਨਾ ਹੈ, ਤੁਸੀਂ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦੇ ਹੱਲ ਲਈ ਆਪਣਾ ਜੀਵਨ ਲਾਉਣਾ ਹੈ, ਉਹ ਪੜ੍ਹਿਆ ਉਹਨਾਂ ਨੇ। ਤੋ ਉਹ ਜਿਹੜੀ ਅੱਜ ਦੀ ਸਮੱਸਿਆ ਹੈ, ਇਹ ਮਤਲਬ 90 ਤੋਂ ਬਾਅਦ ਇੱਕ ਨਵਾਂ, ਔਰ ਉਹ ਚ ਬਹੁਤ ਇੰਟਰਸਟਿੰਗ ਗੱਲ ਜਿਹੜੀ ਹੈ ਕਿ ਗਦਰ ਪਾਰਟੀ ਨੇ, ਕਰਤਾਰ ਸਿੰਘ ਸਰਾਭਾ ਨੇ ਭਗਤ ਸਿੰਘ ਨੂੰ ਉਤਸ਼ਾਹਿਤ ਕੀਤਾ, ਕਿਉਂਕਿ ਭਗਤ ਸਿੰਘ ਨੇ ਉਹਨਾਂ ਨੂੰ ਇੱਕ ਝਲਕ ਦੇਖੀ ਵੀ, ਕਿਉਂਕਿ ਉਹ ਉਹਨਾਂ ਦੇ ਪਿਤਾ ਜੀ ਕੋਲੋਂ 1000 ਰੁਪਇਆ ਲੈਣਾ ਸੀ, ਰਿਕਾਰਡ 'ਚ ਹੈ। ਤੇ ਇਹਦਾ ਮਤਲਬ ਭਗਤ ਸਿੰਘ ਨੇ 7-8 ਸਾਲ ਦੀ ਉਮਰ ਵਿੱਚ ਇੱਕ 19 ਸਾਲ ਦਾ ਨੌਜਵਾਨ ਉਹ ਦੇਖਿਆ, ਉਹ ਝਲਕ। ਉਸ ਤੋਂ ਬਾਅਦ ਉਹਨਾਂ ਨੇ ਪੜ੍ਹਿਆ ਉਹਦੇ ਬਾਰੇ ਵਿੱਚ ਤੇ ਉਹ ਉਹਦੇ ਮੁਰੀਦ ਹੋ ਗਏ। ਔਰ ਉਹ ਆਪਣੇ ਮਦਰ ਨੂੰ ਕਹਿੰਦੇ ਹੁੰਦੇ ਸੀ ਫੋਟੋ ਦਿਖਾ ਕੇ ਕਿ ਇਹ ਮੇਰਾ ਗੁਰੂ ਹੈ, ਇਹ ਮੇਰਾ ਫਿਲਾਸਫਰ ਹੈ, ਮੇਰਾ ਭਾਈ ਹੈ, ਕਿਉਂਕਿ ਉਹ ਤੋਂ ਪ੍ਰੇਰਨਾ ਲੈਂਦੇ।
ਲੇਕਿਨ ਉਹਦੇ ਚੋਂ ਜਿਹੜੀ ਗੱਲ ਉਹਨਾਂ ਨੇ ਸਮਝੀ ਕਿ ਗਦਰ ਪਾਰਟੀ ਨੇ ਪਹਿਲੀ ਵਾਰੀ ਇਹ ਸਮਝਾਇਆ, ਕਿਉਂਕਿ ਉਹਨਾਂ ਨੇ ਦੁਨੀਆ ਭਰ ਵਿੱਚ ਅੰਗਰੇਜ਼ ਰਾਜ ਦੇ ਖਿਲਾਫ ਲੜਾਈ ਲੜੀ, ਕਿ ਸਾਡੀ ਲੜਾਈ ਕਿਸੇ ਜਾਤ ਦੇ ਖਿਲਾਫ ਨਹੀਂ ਹੈ, ਕਿਸੇ ਨਸਲ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਕਿਸੇ ਦੇਸ਼ ਦੇ ਖਿਲਾਫ ਨਹੀਂ ਹੈ, ਇੱਕ ਸਿਸਟਮ ਦੇ ਖਿਲਾਫ ਹੈ, ਉਹ ਸਿਸਟਮ ਨੂੰ ਸਾਮਰਾਜਵਾਦ ਕਹਿੰਦੇ ਨੇ। ਔਰ ਭਗਤ ਸਿੰਘ ਨੇ ਬੜੀ ਸਿੰਪਲ ਡੈਫੀਨੇਸ਼ਨ ਦਿੱਤੀ ਕਿ ਸਾਮਰਾਜਵਾਦ ਦਾ ਮਤਲਬ ਤੁਹਾਨੂੰ ਜਿਹੜਾ ਇੱਕ ਦੇਸ਼ ਹੈ ਦੂਜੇ ਦੇਸ਼ ਨੂੰ ਲੁੱਟ ਰਿਹਾ ਹੈ ਜੀ। ਤੋ ਉਹਦੇ ਕਰਕੇ ਭਗਤ ਸਿੰਘ ਨੇ ਕਿਹਾ ਕਿ ਮੈਂ ਇੱਕ ਨਾਅਰੇ ਦੇ ਉੱਤੇ ਆਪਣੀ ਜ਼ਿੰਦਗੀ ਲਗਾ ਰਿਹਾ ਕਿ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਇਹਦਾ ਦੋਵਾਂ ਦਾ ਰਿਸ਼ਤਾ ਜਿਹੜਾ ਹੈ ਕਿ ਜੇ ਲੁੱਟ ਵਾਲੀਆਂ ਤਾਕਤਾਂ ਜਿਹੜੀਆਂ ਵਿਦੇਸ਼ੀ ਲੁੱਟ ਦੀਆਂ ਤਾਕਤਾਂ ਨੇ ਔਰ ਅੰਦਰੂਨੀ ਲੁੱਟ ਦੀਆਂ ਤਾਕਤਾਂ ਨੇ ਉਹ ਰਹਿਣਗੀਆਂ ਤੇ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਆ ਸਕਦੀ। ਇਨਕਲਾਬ ਦਾ ਮਤਲਬ ਖੁਸ਼ੀ ਹੈ। ਤੋ ਉਹਦੇ ਪੱਖ ਵਿੱਚ ਤੁਸੀਂ ਦੇਖੋ ਤੇ ਫਿਰ ਜਦੋਂ ਇਹ ਸਾਰਾ ਸਿਸਟਮ ਜਿਹੜਾ ਹੈ ਕ੍ਰਾਈਸਿਸ 'ਚ ਸੀ, ਉਸ ਤੋਂ ਬਾਅਦ ਇੱਕ ਨਵਾਂ ਜਿਹਨੂੰ ਨਵ ਉਦਾਰਵਾਦ ਕਹਿੰਦੇ ਨੇ ਕਿ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰ ਦਿਓ। ਗਵਰਨਮੈਂਟ ਕਹਿੰਦੀ ਹੈ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਹੈ। ਜਦੋਂ ਅਸੀਂ ਆਜ਼ਾਦੀ ਲਈ ਲੜ ਰਹੇ ਸੀ ਤੇ ਅਸੀਂ ਇਹੀ ਕਹਿ ਰਹੇ ਸੀਗੇ ਕਿ ਵੀ ਅੰਗਰੇਜ਼ ਨੂੰ ਪੜ੍ਹਾਈ ਮਤਲਬ ਕੁੱਲੀ ਗੁੱਲੀ ਜੁੱਲੀ ਕਹਿੰਦੇ ਹੁੰਦੇ ਸੀ ਕਿ ਸਾਡੀ ਆਜ਼ਾਦੀ ਦੀ ਲੜਾਈ ਕੁੱਲੀ ਗੁੱਲੀ ਜੁੱਲੀ ਦੀ ਹੈ, ਕਿ ਫੂਡ ਸਿਕਿਉਰਿਟੀ ਮਤਲਬ ਤੁਹਾਡੇ ਮਕਾਨ ਦੀ ਮਤਲਬ ਤੁਹਾਨੂੰ ਉਹ ਮਿਨੀਮਮ ਔਰ ਉਹਦੇ ਨਾਲ ਹੀ ਐਜੂਕੇਸ਼ਨ ਤੇ ਹੈਲਥ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਤੋ ਅੱਜ ਜਿਹੜਾ ਹਾਲਾਤ ਹੈ ਔਰ ਉਹਦੇ 'ਚ ਇੱਕ ਹੋਰ ਜਿਹੜੀ ਬਹੁਤ ਜਿਹਦੇ ਕਰਕੇ ਪੰਜਾਬ ਨੇ ਲੀਡ ਕੀਤਾ ਔਰ ਇੱਕ ਚੇਤਨਤਾ ਲਿਆਂਦੀ ਹੈ ਜਿਹੜੀ ਕਿਸਾਨੀ ਮੂਵਮੈਂਟ ਹੈ, ਇਹਨੇ ਇਹ ਸਬੂਤ ਕਰ ਦਿੱਤਾ ਕਿ ਪਿੰਡ ਜਿਹੜਾ ਹੈ ਉਹ ਇਸ ਨਵੀਂ ਅਰਥ ਵਿਵਸਥਾ ਵਿੱਚ ਉਹਦੀ ਹੋਂਦ ਹੀ ਨਹੀਂ ਹੈ। ਉਹਨਾਂ ਵਾਸਤੇ ਪਿੰਡ ਦੀ ਹੋਂਦ ਨਹੀਂ ਹੈ। ਉਹ ਪਿੰਡ ਨੂੰ ਬਿਲਕੁਲ ਹੀ ਮਤਲਬ ਮਦਦ ਨਹੀਂ ਕਰਨਾ ਚਾਹੁੰਦੇ, ਮਤਲਬ ਐਜੂਕੇਸ਼ਨ 'ਚ ਵੀ, ਹੈਲਥ ਵਿੱਚ ਵੀ, ਪ੍ਰੋਡਕਸ਼ਨ ਸਿਸਟਮ 'ਚ ਵੀ। ਇਸੇ ਕਰਕੇ ਉਹ ਕਹਿੰਦੇ ਵੀ ਪਿੰਡ ਖਤਮ ਕਰ ਦਿਓ, ਪ੍ਰੋਡਕਸ਼ਨ ਸਿਸਟਮ ਜਿਹੜਾ ਹੈ ਉਹ ਤੁਸੀਂ ਅਮੀਰਾਂ ਦੇ ਦਿਓ ਔਰ ਲੋਕ ਜਿਹੜੇ ਨੇ ਉਹ ਫਿਰ ਉਹੀ ਗੁਲਾਮ ਬਣ ਜਾਣ ਕਿ ਤੁਸੀਂ ਆਪਣੀ ਜ਼ਮੀਨ ਤੇ ਹੀ ਤੁਸੀਂ ਮੁੜ ਕੇ ਜਿਹੜੀ ਹੈਗੀ ਆ ਉਹ ਨੌਕਰੀ ਕਰ ਰਹੇ ਹੋ, ਉਹ ਲੈ ਜਾਣਗੇ। ਹਾਲਾਂਕਿ ਰੁਪਇਆ ਇੰਨਾ ਭਰਮਾਊ ਹੈ ਕਿ ਜੇ ਤੁਹਾਡੇ ਕੋਲ ਰੁਪਇਆ ਆ ਵੀ ਜਾਵੇ ਤੇ ਉਹ ਤੁਹਾਡੇ ਪੱਲੇ ਕੁਝ ਨਹੀਂ ਪਾਉਂਦਾ। ਜੇ ਤੁਹਾਨੂੰ ਪੜ੍ਹਾਈ ਇੰਨੀ ਮਹਿੰਗੀ ਕਰਤੀ, ਉਹ ਪ੍ਰਾਈਵੇਟ ਹੱਥਾਂ 'ਚ ਦੇਤੀ, ਹੈਲਥ ਸਿਸਟਮ ਇੰਨਾ ਪ੍ਰਾਈਵੇਟ ਕਰ ਦਿੱਤਾ ਕਿ ਜਿਹੜੀ ਚੀਜ਼ ਮਤਲਬ ਸਰਕਾਰ ਦੀ ਜ਼ਿੰਮੇਵਾਰੀ ਕੀ ਰਹਿ ਗਈ? ਲੋਕਾਂ ਤੇ ਡਾਂਗ ਚਲਾਉਣੀ, ਲੋਕਾਂ ਨੂੰ ਜੇਲ੍ਹ 'ਚ ਬੰਦ ਕਰਨਾ। ਤੇ ਇਹ ਜਿਹੜਾ ਸਿਸਟਮ ਹੈ ਇਹ ਅੱਜ ਮਤਲਬ ਕਿਸਾਨਾਂ ਨੇ ਔਰ ਇੱਕ ਨਵਾਂ ਸੱਭਿਆਚਾਰ ਜਿਹੜਾ ਹੈ ਉਹ ਪੰਜਾਬ ਨੇ ਦਿੱਤਾ ਹੈ ਕਿ 400 ਲੋਕ ਇਕੱਠੇ ਬਹਿ ਕੇ ਵਿਚਾਰ ਕਰਦੇ ਨੇ ਕਿ ਅੱਗੇ ਕੀ ਕਰਨਾ। ਮੂਲ ਮੁੱਦਿਆਂ ਤੋਂ ਇੱਧਰ ਉੱਧਰ ਨਹੀਂ ਹਿੱਲਣ ਦਿੰਦੇ ਕਿ ਪਹਿਲਾਂ ਆਪਾਂ ਮੂਲ ਮੁੱਦਿਆਂ ਦੇ ਉੱਤੇ, ਕਿਉਂਕਿ ਇਹ ਨੀਤੀ ਸਭ ਕੁਝ ਕਹਿ ਰਹੀ ਹੈ। ਹੁਣ ਤੁਸੀਂ ਉਹ ਨੀਤੀ 'ਚ ਦੇਖੋ ਕਿ ਇਹਨਾਂ ਨੇ ਇੱਕ ਉਹ 'ਚ ਬਣਾਇਆ ਕਿ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਮਤਲਬ ਬਾਹਰ ਕੱਢ ਦਿਓ, ਮਤਲਬ ਇਹਦੇ ਤੇ ਨਾ ਕੋਈ ਕੰਟਰੋਲ ਹੋਏਗਾ, ਮਤਲਬ ਜਿੰਨਾ ਮਰਜ਼ੀ ਕੋਈ ਐਕਸਪੋਰਟ ਕਰ ਲੈ। ਔਰ ਉਹਦਾ ਮੈਂ ਕਿਹਾ ਲੋਕਾਂ ਨੇ ਸਵਾਦ ਦੇਖਿਆ। ਤੁਸੀਂ ਜ਼ਰੂਰ ਘਰ 'ਚ ਦੇਖਿਆ ਹੋਣਾ ਕਿ 100 ਰੁਪਏ ਗੰਢੇ ਖਰੀਦਣੇ ਪਏ ਔਰ 60 ਰੁਪਏ ਆਲੂ ਖਰੀਦਣੇ ਪਏ। ਕਦੋਂ? ਜਦੋਂ ਜੂਨ ਦੇ ਵਿੱਚ ਇਹਨਾਂ ਨੇ ਕਾਨੂੰਨ ਲਿਆਂਦਾ ਆਰਡੀਨੈਂਸ ਰਾਹੀਂ। ਮੇਰੇ ਮਨ 'ਚ ਵੀ ਏਡੀ ਕਾਹਲ ਕੀ ਸੀਗੀ? ਉਸ ਤੋਂ ਬਾਅਦ 27,500 ਕਰੋੜ ਦੀਆਂ ਇਹ ਖਾਣ ਵਾਲੀਆਂ ਚੀਜ਼ਾਂ ਬਾਹਰ ਵਿਦੇਸ਼ਾਂ 'ਚ ਵੇਚ ਦਿੱਤੀਆਂ। ਇਹਨਾਂ ਦੇ ਆਪਣੇ ਅੰਕੜੇ ਨੇ। ਪਹਿਲਾਂ ਤੇ ਵਿਦੇਸ਼ਾਂ 'ਚੋਂ ਲੁੱਟ ਲਿਆ, ਫਿਰ ਤੁਹਾਨੂੰ ਲੁੱਟ ਲਿਆ, ਕਿਉਂਕਿ ਉਹ ਤੁਹਾਡੀ ਐਸੈਂਸ਼ੀਅਲ ਚੀਜ਼ ਹੈ। ਗੰਢੇ ਤੇ ਆਲੂਆਂ ਤੋਂ ਬਗੈਰ ਤੇ ਮਤਲਬ ਘਰ ਨਹੀਂ ਨਾ ਚੱਲਦਾ। ਹੁਣ ਜਿਹੜੇ ਖਾਣ ਵਾਲੇ ਚੌਲ ਨੇ ਉਹਨਾਂ ਨੂੰ ਧੜਾ ਧੜ ਬਾਹਰ ਵੇਚ ਰਹੇ ਨੇ। 70% ਇੰਡੀਅਨ ਜਿਹੜੇ ਨੇ ਉਹ ਪਾਰ ਬੋਇਲਡ ਰਾਈਸ ਉੱਤੇ, ਜਿਹੜਾ ਇੱਕ ਪੌਸ਼ਟਿਕ ਰਾਈਸ ਹੈ, ਉਹਦੇ ਉੱਤੇ ਪਲਦੇ ਨੇ। ਔਰ ਜਦੋਂ ਕੱਲ ਨੂੰ ਉਹਦਾ ਭਾਅ 100 ਰੁਪਏ ਹੋ ਗਿਆ ਕਿਉਂਕਿ ਬਾਹਰ ਵੇਚਤਾ ਤੁਸੀਂ, ਮੰਡੀ 'ਚੋਂ ਸਾਰਿਆਂ ਨੇ ਕਬਜ਼ਾ ਕਰ ਲਿਆ ਆਪਣੇ ਕੋਲ। ਔਰ ਫਿਰ ਸਰਕਾਰ ਜਾਗੇਗੀ ਜਿੱਦਾਂ ਗੰਢਿਆਂ ਦੇ ਵਿੱਚ ਮਤਲਬ ਜਦੋਂ ਸਾਰਾ ਲੁੱਟ ਹੋ ਗਈ, ਉਹ ਜੀ ਜ਼ਿਆਦਾ ਵੱਧ ਗਿਆ, ਹੁਣ ਅਸੀਂ ਇਹਨੂੰ ਕੰਟਰੋਲ ਕਰ ਰਹੇ ਹਾਂ। ਕੰਟਰੋਲ ਕੀ ਕਰੋਗੇ ਤੁਸੀਂ? ਤੋ ਇਹ ਜਿਹੜਾ ਹੈ ਅਸਲ ਬਦਨੀਤੀ ਉੱਥੇ ਹੈ। ਔਰ ਮੈਂ ਇਹ ਕਹਿੰਦਾ ਹੁੰਦਾ ਕਿ ਜਿਹੜੀ ਅਸਲ ਸਮਝਣ ਦੀ ਲੋੜ ਹੈ ਕਿ ਜਿੱਦਣ ਹੁੰਦੀ ਸੀ ਪਲੈਨਿੰਗ ਤੇ ਨੀਤੀ 'ਚ ਕੀ ਫਰਕ ਹੈ? ਪਲੈਨਿੰਗ ਦਾ ਮਤਲਬ ਸੀ ਵੀ ਤੁਸੀਂ ਕੋਈ ਅੱਗੇ 5 ਸਾਲਾਂ ਦੀ ਕੋਈ ਅਗਲੀ ਗੱਲ ਕਰਦੇ ਹੋ ਵੀ ਆਹ ਸਾਡੀ ਸਮੱਸਿਆ ਹੈ, ਇਸ ਸਮੱਸਿਆ ਨੂੰ ਹੱਲ ਕਰਨ ਲਈ ਇਦਾਂ ਅਸੀਂ ਸਟੈਪ ਬਾਈ ਸਟੈਪ 5 ਸਾਲਾਂ 'ਚ ਪਹੁੰਚਾਂਗੇ। ਨੀਤੀ ਦਾ ਮਤਲਬ ਹੁੰਦਾ ਹੈ ਕਿ ਵੀ ਉਹਦੇ ਮਗਰ ਇੱਕ ਬਦਨੀਤੀ ਲੁਕੀ ਹੋਈ ਹੈ ਕਿ ਤੁਸੀਂ ਉਹਦੇ ਮਗਰ ਕਿਹਨੂੰ ਫਾਇਦਾ ਉਠਾ ਦੇ ਰਹੇ ਹੋ, ਉਹ ਨਹੀਂ ਤੁਹਾਨੂੰ ਸਮਝ ਲੱਗਣ ਦੇਣੀ, ਕਿਉਂਕਿ ਉਹ ਨੀਤੀ ਹੈ। ਜਿੱਦਾਂ ਹੁਣ ਇਹਨਾਂ ਨੇ ਐਜੂਕੇਸ਼ਨ ਨੀਤੀ ਬਣਾਤੀ, ਕਿਸੇ ਨੂੰ ਨਹੀਂ ਪਤਾ ਤੁਹਾਡੇ ਨਿਆਣਿਆਂ ਦਾ ਪੜ੍ਹਨ ਦਾ ਹੱਕ ਜਿਹੜਾ ਹੈ
ਉਹ ਸਾਰਾ ਖੋਹ ਲਿਆ। ਤੇ ਜਿੱਥੋਂ ਤੱਕ ਵੀ ਹੈ, ਕਿਉਂਕਿ ਮੈਂ ਕੰਪਿਊਟਰ ਦਾ ਪਰਸਨ ਹਾਂ, ਕਿ ਅਖੀਰ ਤੇ ਤੁਹਾਨੂੰ ਪੜ੍ਹਾਉਣ ਤੇ ਗੂਗਲ ਪੜ੍ਹਾਏਗਾ, ਟੀਚਰ ਨਹੀਂ ਪੜ੍ਹਾਏਗਾ। ਔਰ ਇਹਦਾ ਮਤਲਬ ਹੈ ਕਿ ਜਿਹੜੀ ਪੂਰੀ ਵਰਲਡ ਕਾਰਪੋਰੇਟ ਹੈ ਉਹ ਤੁਹਾਡੇ ਬੱਚਿਆਂ ਦੇ ਦਿਮਾਗ ਨੂੰ ਕਿੱਦਾਂ ਕੰਟਰੋਲ ਕਰੇਗੀ, ਕਿਉਂਕਿ ਆਨਲਾਈਨ ਪੜ੍ਹਾਈ ਆਉਣੀ ਹੈ। ਮਤਲਬ ਟੀਚਰ ਨੇ ਤੇ ਉਹਨੂੰ ਗਾਹ ਮਤਲਬ ਰਿਪੀਟ ਕਰ ਦੇਣਾ। ਤੋ ਇਸ ਕਰਕੇ ਬਹੁਤ ਵੱਡੀ ਤਬਦੀਲੀ ਆ। ਔਰ ਮੈਂ ਸਮਝਦਾ ਕਿ ਜਿਹੜੀ ਅੱਜ ਕਿਸਾਨ ਮੂਵਮੈਂਟ ਹੈ, ਇਹਨੇ ਨਾਲ ਹੀ ਇਹ ਵੀ ਮੁੱਦਾ ਕਿ ਵੀ ਇਹ ਪੈਦਾ ਕਰਨ ਵਾਲੇ ਤੇ ਖਾਣ ਵਾਲੇ ਦਾ ਜਿਹੜਾ ਰਿਸ਼ਤਾ ਹੈ ਉਹਨੂੰ ਵੀ ਦਿਖਾ ਰਿਹਾ। ਕਿਹਾ ਇਹ ਜਾਂਦਾ ਕਿ ਅਸੀਂ ਜੀ ਕਿਸਾਨ ਨੂੰ ਘੱਟ ਦਿੰਦੇ ਸੀ ਕਿਉਂਕਿ ਖਾਣ ਵਾਲੇ ਨੂੰ ਮਹਿੰਗਾ ਨਾ ਹੋਵੇ, ਪਰ ਹੁਣ ਤੇ ਉਹਦੇ ਉਲਟ ਹੋਣਾ ਹੈ। ਬਿਲਕੁਲ। ਤੋ ਇਹ ਇਸ ਕਰਕੇ ਜਿਹੜੀ ਅੱਜ ਚੈਲੰਜ ਹੈ ਉਹ ਹੈ ਕਿ ਵੀ ਪਿੰਡ, ਔਰ ਅਜੇ ਵੀ ਕਿਉਂਕਿ ਹਿੰਦੁਸਤਾਨ ਯੂਨੀਕ ਹੈ ਦੁਨੀਆ ਵਿੱਚ, ਮਤਲਬ ਅਮਰੀਕਾ ਦੇ ਵਿੱਚ ਪਿੰਡਾਂ ਦੀ ਆਬਾਦੀ 2-3% ਰਹਿ ਗਈ। ਔਰ ਉਹ ਲੋਕ 1900 ਵਾਲਾ ਯਾਦ ਕਰਦੇ ਨੇ ਜਦੋਂ ਮਤਲਬ ਲੋਕ ਉੱਜੜ ਕੇ ਮਤਲਬ ਕੈਲੀਫੋਰਨੀਆ ਵੱਲ ਨੂੰ ਆਏ। ਉਹ ਕਿਵੇਂ ਆਏ? ਉਹ ਇੱਕ ਗ੍ਰੇਪ ਆਫ ਰੈਥ ਜਿਹੜਾ ਨਾਵਲ ਹੈ ਉਹਦੇ ਤੁਹਾਨੂੰ ਲੱਗਦਾ ਹੁਣ ਇੱਥੇ ਜਾਵਾਂਗੇ ਵੀ ਕਿੱਥੇ? ਤੁਸੀਂ ਜੇ ਪਿੰਡ ਬਰਬਾਦ ਕਰੋਗੇ, ਉਹ 65% ਲੋਕਾਂ ਨੂੰ ਸਾਂਭੋਗੇ ਕਿੱਥੇ? ਮਤਲਬ ਪੁਰਾਣੀ ਕੈਪੀਟਲ ਜਿਹੜਾ ਪੂੰਜੀਵਾਦ ਸੀ ਉਹ ਖਤਮ ਹੋ ਗਿਆ, ਜਿਹੜਾ ਕਾਰਖਾਨੇ ਪੈਦਾ ਕਰਦਾ ਸੀ, ਕਾਰਖਾਨਿਆਂ ਨੂੰ ਮਜ਼ਦੂਰ ਚਾਹੀਦੇ ਸੀ। ਹੁਣ ਆਟੋਮੇਸ਼ਨ ਹੈ, ਈਵਨ ਤੁਹਾਡੀ ਮੰਡੀ ਆਟੋਮੇਸ਼ਨ ਕਰ ਰਹੇ ਨੇ। ਫਿਰ ਇਹਦੇ 'ਚ ਬਦਨੀਤੀ ਇਹ ਹੈ ਕਿ ਮੰਡੀ ਵਿੱਚੋਂ ਕਿਉਂ ਨਹੀਂ ਖਰੀਦਣਾ ਚਾਹੁੰਦਾ ਜਿਹਨੇ ਪ੍ਰਾਈਵੇਟ ਖਰੀਦਣਾ ਹੈ? ਕਿਉਂਕਿ ਮੰਡੀ ਵਿੱਚ ਰਿਕਾਰਡ ਹੋ ਜਾਂਦਾ ਕਿ ਤੂੰ ਇੰਨਾ ਸਮਾਨ ਖਰੀਦਿਆ ਸੀ, ਇਹਦੇ ਤੇ ਇੰਨਾ ਪ੍ਰੋਫਿਟ ਕਮਾਇਆ, ਇਹਦਾ ਟੈਕਸ ਦੇ। ਉਹ ਟੈਕਸ ਨੂੰ ਅਵਾਇਡ ਕਰਨ ਲਈ ਮੰਡੀ ਤੋਂ ਡਰਦਾ ਹੈ। ਮੰਡੀ ਆਮ ਆਦਮੀ ਵਾਸਤੇ ਹੈ, ਹਾਲਾਂਕਿ ਮੰਡੀ ਜਿਹੜੀ ਹੈ ਉਹ ਮਤਲਬ ਐਕਸਚੇਂਜ ਆਫ ਵੈਲਿਊਜ਼ ਹੈਗੀ ਹੈ, ਪਰ ਇਹ ਮੰਡੀ ਤੋਂ ਡਰਦੇ ਨੇ। ਤੋ ਉਹ ਜਿਹੜੀਆਂ ਅੰਦਰੂਨੀ ਗੱਲਾਂ ਨੇ, ਮਤਲਬ ਹੈ ਕਿ ਔਰ ਮੈਂ ਇਹ ਵੀ ਕਹਿਣਾ ਹੁੰਦਾ ਕਿ ਜਿੰਨਾ ਹੁਣ ਲੇਡੀਜ਼ ਨੇ ਹਿੱਸਾ ਪਾਇਆ, ਉਹ ਇੱਕ ਨਵੀਂ ਚੇਤਨਤਾ ਹੈ। ਪੰਜਾਬ ਨਾਲੋਂ ਜ਼ਿਆਦਾ ਚੇਤਨਤਾ ਜਿਹੜੀ ਹੈ ਉਹ ਹਰਿਆਣੇ 'ਚ ਆਈ। ਕੱਲ ਤੱਕ ਐਕਚੁਅਲੀ ਸਾਰੀ ਖੇਤੀ ਜਿਹੜੀ ਹੈ ਔਰਤ ਕਰਦੀ ਸੀ। ਬੰਦਾ ਤੇ ਵੱਟ ਤੇ ਬਹਿ ਕੇ ਹੁੱਕਾ ਪੀਂਦਾ ਸੀ ਜਾਂ ਹਲ ਚਲਾਉਂਦਾ ਸੀ। ਲੇਕਿਨ ਹੁਣ ਉਹ ਜਦੋਂ ਟਰੈਕਟਰ ਤੇ ਬਹਿ ਗਈ, ਨਾਓ ਸ਼ੀ ਇਜ਼ ਇਨ ਕਮਾਂਡ। ਔਰ ਮੈਂ ਉਹਨੂੰ ਕਹਿੰਦਾ ਮੈਂ ਸਲੂਟ ਕਰਦਾ ਤੁਹਾਨੂੰ ਕਿ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਇਸ ਸਿਸਟਮ ਨੇ ਲਿਬਰੇਸ਼ਨ ਦਿੱਤੀ ਹੈ। ਔਰ ਮੈਂ ਗਿਆ ਵੀ ਇੱਕ ਥਾਂ, ਮਤਲਬ ਟੋਲ ਪਲਾਜ਼ਾ ਤੇ ਸੀ, ਤੇ ਲੇਡੀਜ਼ ਬੜੀਆਂ ਮਤਲਬ ਉਹ ਕਹਿੰਦੀਆਂ ਜੀ ਅਸੀਂ ਇਹਨਾਂ ਬੰਦਿਆਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਟਾਈਮ ਕਾਹਦੇ ਲਈ ਵੇਸਟ ਕਰ ਰਹੇ ਹੋ, ਇਹ ਤੇ ਅਸੀਂ ਵੀ ਸਾਂਭ ਲਾਂਗੀਆਂ। ਤੁਸੀਂ ਜਾ ਕੇ ਕੁਝ ਹੋਰ ਕੰਮ ਕਰੋ, ਲੋਕਾਂ ਨੂੰ ਜਾਗਰਤੀ ਕਰੋ, ਇਕੱਠੇ ਕਰੋ, ਇਹ ਕੰਮ ਅਸੀਂ ਸਾਂਭ ਲਾਂਗੇ। ਤਾਂ ਮੇਰਾ ਕਹਿਣ ਦਾ ਹੈ ਕਿ ਇਹ ਜਿਹੜੀ ਜਾਗਰਤੀ ਹੈ, ਔਰ ਉਹਦਾ ਕਾਰਨ ਵੀ ਹੈ ਕਿ ਜਿੱਦਣ ਤੁਹਾਡੀ ਨੋਟਬੰਦੀ ਹੋਈ, ਉਹਦਾ ਸਭ ਤੋਂ ਵੱਧ ਅਸਰ ਕਿਤੇ ਪਿਆ ਕਿ ਸਾਡੇ ਘਰਾਂ ਵਿੱਚ 20 ਤੋਂ 30% ਜਿਹੜੀ ਸੇਵਿੰਗ ਸੀਗੀ ਇਕਨੋਮੀ ਦੀ। ਜੇ ਤੁਹਾਨੂੰ ਯਾਦ ਹੋਵੇ ਕਿ ਕਦੀ ਤੁਸੀਂ ਪਤਾ ਨਹੀਂ, ਮੈਂ ਤੇ ਉਹ ਨਜ਼ਾਰਾ ਲਿਆ ਕਿ ਜਦੋਂ ਦਾਦੀ ਮਾਂ ਨੇ ਮਤਲਬ ਸੰਦੂਕ ਫੋਲਣਾ ਤੇ ਸਾਡਾ ਬਹੁਤ ਇੰਟਰਸਟ ਹੁੰਦਾ ਕਿਉਂਕਿ ਉਹ 'ਚ ਪੈਸੇ ਲੱਭਦੇ ਸੀ। ਬਿਲਕੁਲ। ਉਹਦੇ ਛੋਟ ਛੜੇ ਕਿਤੇ ਮਤਲਬ ਖੇਸ ਦੀ ਤਹਿ 'ਚ ਦਿੱਤੇ ਹੋਏ ਨੇ, ਕਿਤੇ ਗੁੱਜੇ 'ਚ ਪਾਏ ਹੋਏ ਨੇ, ਲੇਕਿਨ ਉਹ ਸੇਵਿੰਗ ਤੁਹਾਡਾ ਘਰ ਚਲਾਉਂਦੀ ਸੀ। ਕਿਉਂਕਿ ਬੰਦਾ ਰਾਤ ਨੂੰ ਰੋਟੀ ਵੇਲੇ ਨਹੀਂ ਸੁਣਨਾ ਚਾਹੁੰਦਾ ਕਿ ਵੀ ਇਹ ਰੋਟੀ ਕਿੱਥੋਂ ਆਈ ਹੈ। ਔਰ ਉਹਦੇ ਤੇ ਮਤਲਬ ਝਗੜਦਾ ਸੀ ਜਦੋਂ ਕਹਿੰਦੀ ਵੀ ਮੈਂ ਬਣਾਵਾਂ ਕਿੱਥੋਂ, ਤੂੰ ਮੈਨੂੰ ਦਿੱਤਾ ਤੇ ਕੋਈ ਹੈ ਨਹੀਂ। ਪਰ ਉਹਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਨੇ ਇਹ ਸਿੱਖ ਲਿਆ ਕਿ ਵੀ ਬੱਚਤ ਕਰਕੇ ਹੀ ਵੱਲ ਹੋਣਾ, ਥੋੜਾ ਥੋੜਾ ਕਰਕੇ ਬੱਚਤ ਕਰਦੀਆਂ। ਔਰ ਉਹ ਬੱਚਤ ਹਿੰਦੁਸਤਾਨ ਦੀ ਇਕਨੋਮੀ ਨੂੰ ਚਲਾਉਂਦੀ ਸੀ। ਇਹਨਾਂ ਦੇ ਆਪਣੇ ਬਜਟ ਦੇ ਮੁਤਾਬਕ ਉਹ 30% ਖਤਮ ਹੋ ਗਿਆ। ਤੋ ਇਹਦਾ ਮਤਲਬ ਤੁਸੀਂ ਘਰ ਨੂੰ ਕਮਜ਼ੋਰ ਕੀਤਾ, ਔਰਤਾਂ ਨੂੰ ਖਾਸ ਤੌਰ ਤੇ ਕਮਜ਼ੋਰ ਕੀਤਾ। ਜਿਹੜਾ ਜਦੋਂ ਨੋਟਬੰਦੀ ਕੀਤੀ, ਜੇ ਕਿਸੇ ਨੇ ਕੋਈ 40-50 ਹਜ਼ਾਰ ਆਪਣੀ ਕੁੜੀ ਦੇ ਮਤਲਬ ਵਾਸਤੇ ਰੱਖਿਆ ਹੋਇਆ ਸੀ, ਉਹ ਜਦੋਂ ਆਇਆ ਤੇ ਮੁੰਡਾ ਲੜ ਪਿਆ ਉਹਦੇ ਨਾਲ, ਮਾਂ ਮੈਨੂੰ ਇੰਨਾ ਪੈਸਾ ਚਾਹੀਦਾ, ਤੂੰ ਸਾਂਭ ਕੇ ਬੈਠੀ ਹੋਈ ਹੈ। ਪਰ ਉਹ ਉਸ ਭੀੜ ਲਈ ਬੈਠੀ ਹੈ ਜਦੋਂ ਤੁਸੀਂ ਸਾਥ ਨਹੀਂ ਦੇਣਾ। ਕੋਈ ਬੜੇ ਸਿਸਟਮ ਦੇ ਨਾਲ, ਮਤਲਬ ਨੀਤੀ ਦੇ ਨਾਲ ਇਹ ਮਤਲਬ ਕੀਤਾ ਗਿਆ। ਫੇਰ ਕਮਜ਼ੋਰ ਕੀਤਾ ਗਿਆ ਜਿਹੜੇ ਮਤਲਬ ਵਰਕਰ ਸੀ, ਉਹਨਾਂ ਨੂੰ ਤੁਹਾਡੀ ਬਿਮਾਰੀ, ਉਦੋਂ ਪਹਿਲੀ ਬਿਮਾਰੀ ਜਿਹੜੀ ਆਈ ਉਹ ਤੇ ਜਹਾਜ਼ ਤੇ ਆ ਰਹੀ ਸੀਗੀ। ਹੁਣ ਤੇ ਅਸੀਂ ਆਪਣੀ ਬਿਮਾਰੀ ਬਣਾ ਲਈ ਨਾ। ਹੁਣ ਕਰੋਨਾ ਸਾਡਾ ਆਪਣਾ ਹੈ, ਅਸੀਂ ਉਹਦਾ ਆਪਣਾ ਵੇਰੀਐਂਟ ਕੱਢ ਲਿਆ। ਪਰ ਪਹਿਲਾਂ ਤੇ ਹਵਾਈ ਜਹਾਜ਼ ਤੇ ਆ ਰਹੀ ਸੀ, ਤੁਸੀਂ ਉੱਥੇ ਨਹੀਂ ਰੋਕਿਆ, ਲੋਕਾਂ ਨੂੰ ਘਰਾਂ 'ਚ ਬੰਦ ਕਰਤਾ। ਉਹ 2 ਮਹੀਨੇ ਘਰਾਂ 'ਚ ਬੰਦ ਕਰਨ ਦਾ ਅਸਰ ਕੀ ਹੋਇਆ ਕਿ ਮਜ਼ਦੂਰ ਕੋ ਜਿਹੜਾ 1000-2000 ਰੁਪਏ ਬਚਤ ਸੀ, ਉਹ ਉਸ ਮਜਬੂਰੀ 'ਚ ਉਹ ਸੜਕਾਂ ਤੇ ਨਿਕਲਿਆ। ਫਿਰ ਅਸੀਂ ਸਾਂਭ ਨਹੀਂ ਸਕੇ।
ਜਿਹੜਾ ਨੌਕਰੀ ਪੇਸ਼ਾ ਸੀਗੇ ਉਹਨਾਂ ਨੂੰ ਇਹ ਕਹਿਤਾ ਕਿ ਤੁਸੀਂ ਜਿਹੜੇ ਕਿਉਂਕਿ ਹੁਣ ਆਪਾਂ ਨੌਕਰੀ ਦੇ ਭਰਮ ਵਿੱਚ ਕਰਜ਼ੇ ਲੈ ਲੈਂਦੇ ਹਾਂ, ਕਿਸੇ ਨੇ ਕਾਰ ਲਈ ਕਰਜ਼ਾ ਲੈ ਲਿਆ, ਮਕਾਨ ਲਈ ਲੈ ਲਿਆ, ਬੈਂਕ ਕਹਿੰਦਾ ਵੀ ਮੈਨੂੰ ਤੇ ਕਰਜ਼ਾ, ਮੈਂ ਤੇ ਮਤਲਬ ਉਹ ਸ਼ਾਮੂ ਸ਼ਾਹ ਆ ਸ਼ੇਕਸਪੀਅਰ ਵਾਲਾ ਜਿਹੜਾ ਕਹਿੰਦਾ ਮੈਨੂੰ ਤੇ ਹਾਫ ਪਾਊਂਡ ਆਫ ਫਲੈਸ਼ ਚਾਹੀਦੀ ਹੈ ਤੁਹਾਡਾ ਤੋ ਉਹਨਾਂ ਨੇ EPF ਜਿਹੜਾ ਇੱਕ ਮਤਲਬ ਇੰਪਲੋਇਮੈਂਟ ਦਾ ਜਿਹੜਾ ਪ੍ਰੋਵੀਡੈਂਟ ਫੰਡ ਹੈ ਉਹਦੇ ਲਾ ਇਹਨਾਂ ਨੇ ਬਦਲਤੇ ਵੀ ਤੁਸੀਂ ਜਿੰਨਾ ਮਰਜ਼ੀ ਕਢਾ ਲਓ, ਜਿਹੜਾ ਤੁਹਾਡਾ ਹਿੱਸਾ ਹੈਗਾ ਉਹ ਤੁਹਾਨੂੰ ਵਾਪਸ ਕਰਨ ਦੀ ਲੋੜ ਨਹੀਂ। 30,000 ਕਰੋੜ ਮਿਡਲ ਕਲਾਸ ਨੇ ਆਪਣੀ ਬਚਤ ਖਾ ਲਈ। ਫਿਰ ਇਹ ਤੁਹਾਡਾ ਰਿਜ਼ਰਵ ਬੈਂਕ ਜਿਹੜਾ ਹੈ ਉਹ ਇੱਕ ਬਚਤ ਬਣਾ ਕੇ ਰੱਖਦਾ ਸੀ ਤਾਂ ਕਿ ਜਿਸ ਵੇਲੇ ਇਕਨੋਮੀ ਕਿਤੇ ਖਤਰਾ ਹੋਵੇ ਤੇ ਰਿਜ਼ਰਵ ਬੈਂਕ ਉਹਦੇ ਵਿੱਚ ਪਾ ਕੇ ਇਕਨੋਮੀ ਨੂੰ ਸਟੇਬਲਾਈਜ਼ ਕਰਦੇ। ਪਿਛਲੇ ਸਾਲ 1 ਲੱਖ ਕਰੋੜ ਰੁਪਈਆ ਇਹਨਾਂ ਨੇ ਰਿਜ਼ਰਵ ਬੈਂਕ ਤੋਂ ਖੋਇਆ। ਹੁਣ ਕੱਲ ਦੀ ਖਬਰ ਹੈ ਕਿ ਇਹਨਾਂ ਨੇ ਹੋਰ 1 ਲੱਖ ਕਰੋੜ ਰੁਪਈਆ ਜਿਹੜਾ ਹੈ ਉਹ ਖੋਹ ਲਿਆ। ਇਹਦਾ ਮਤਲਬ ਕਿ ਤੁਸੀਂ ਦੇਸ਼ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਹੋ, ਔਰ ਉਹਨੂੰ ਮਜ਼ਬੂਤ ਤੇ ਲੋਕ ਹੀ ਕਰਨਗੇ ਨਾ, ਜੇ ਲੋਕ ਜੁੜ ਕੇ ਰਹਿਣਗੇ ਤਾਂ ਮਜ਼ਬੂਤੀ ਹੋਏਗੀ। ਜੇ ਪੰਜਾਬ ਸਰਕਾਰ ਦਾ ਲਾਈਏ ਤਾਂ ਪੰਜਾਬ ਸਰਕਾਰ ਦੇ ਹਾਲਾਤ ਨੂੰ ਦੇਖਦੇ ਹੋਏ ਕੀ ਕਹੋਗੇ? ਕਿਉਂਕਿ ਨਵਜੋਤ ਮੈਂ ਸਮਝਦਾ ਕਿ ਜੀ ਦੇਖੋ ਪੋਲੀਟੀਸ਼ੀਅਨਸ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹ ਡੀਵੈਲਿਊ ਹੋ ਚੁੱਕੇ ਨੇ। ਤੁਹਾਡੀ ਕਿਸਾਨ ਮੂਵਮੈਂਟ ਨੇ ਦੱਸਤਾ ਨਾ ਵੀ ਭਾਈ ਤੁਸੀਂ ਇਹ ਸਾਡੇ ਮਸਲਿਆਂ ਨੂੰ ਹੱਲ ਨਹੀਂ ਕਰਨ ਜੋਗੇ, ਇਸ ਕਰਕੇ ਤੁਸੀਂ ਦੂਰ ਹੀ ਰਹੋ। ਹੁਣ ਇਹ ਡਰਾਮਾ ਕਰਕੇ ਆਪਣੇ ਆਪ ਨੂੰ ਜੀਣਾ ਚਾਹੁੰਦੇ ਨੇ। ਮਤਲਬ ਨਵਜੋਤ ਸਿੱਧੂ ਨੂੰ ਇੱਕ ਹੀ ਮਿਨਿਸਟਰੀ ਕਿਉਂ ਚਾਹੀਦੀ ਹੈ? ਜਿੱਤੇ ਨਾਰਾਜ਼ ਹੋਇਆ ਉਹ ਕਿ ਨਹੀਂ ਮੈਨੂੰ ਤੇ ਸ਼ਹਿਰੀ ਮਿਨਿਸਟਰੀ ਚਾਹੀਦੀ ਹੈ, ਕਿਉਂਕਿ ਸ਼ਹਿਰੀ ਵੋਟਰ ਜਿਹੜਾ ਹੈ ਉਹ BJP ਦਾ ਵੋਟਰ ਹੈ, ਉਹਨੂੰ ਮੈਂ ਕਿਵੇਂ ਭਰਮਾ ਕੇ ਰੱਖਣਾ? ਮੇਰਾ ਤੇ ਉਸ ਤੇ ਇਲਜ਼ਾਮ ਇਹ ਹੈ। ਜੇ ਤੂੰ ਕਰਨਾ ਚਾਹੋ ਨਾ ਕੋਈ ਹੋਰ ਮਿਨਿਸਟਰੀ ਲੈ ਕੇ ਕਰਕੇ ਦਿਖਾ ਦੇ। ਦੇਖੋ ਨਾ ਇਹ ਕੀ ਫਰਕ ਹੋਇਆ। ਫਿਰ ਤੁਸੀਂ ਹੁਣ ਉਹ ਸਿੱਖ ਪੋਲਿਟਿਕਸ ਖੇਡ ਰਹੇ ਨੇ। ਸਾਰੀ ਜਿਹੜੀ ਹੈ ਉਹ SGPC ਦੇ ਇਲੈਕਸ਼ਨਾਂ ਦੇ ਦੁਆਲੇ ਖੇਡੀ ਜਾ ਰਹੀ ਹੈ, ਔਰ ਉਹਦੇ ਮਗਰ ਵੀ ਸ਼ਾਹ ਬੈਠਾ ਹੋਇਆ ਕਿਉਂਕਿ ਉਹ ਸੈਂਟਰ ਗਵਰਨਮੈਂਟ ਨੇ ਕਰਾਉਣੇ ਨੇ। ਇਸ ਕਰਕੇ ਉੱਥੋਂ ਫੌਜਾਂ ਭੇਜੀਆਂ ਜਾ ਰਹੀਆਂ ਨੇ। ਅਕਾਲੀਆਂ ਨਾਲ ਰਿਸ਼ਤਾ ਕਿਵੇਂ ਤੋੜਿਆ BJP ਨੇ? ਕਿਉਂਕਿ ਉਹਨਾਂ ਨੂੰ ਇਹ ਸਮਝ ਲੱਗ ਗਈ ਕਿ ਵੀ ਇਹ ਮਤਲਬ ਕਿਉਂਕਿ SGPC ਏਡਾ ਵੱਡਾ ਖਜ਼ਾਨਾ ਹੈ, ਕਿਉਂਕਿ ਉਹ ਵੀ ਲੋਕਾਂ ਨੂੰ ਐਜੂਕੇਟ ਕਰ, ਜੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਤੇ ਕਰਦੇ ਨਹੀਂ। ਜੇ ਤੇ ਮੈਨੂੰ ਹਮੇਸ਼ਾ ਯਾਦ ਆਉਂਦਾ ਕਿ IK ਗੁਜਰਾਲ ਜਦੋਂ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੇ 4 ਵਾਰੀ TV ਤੇ ਕਹੀ ਗੱਲ, ਕਹਿੰਦਾ ਜੀ ਮੇਰੀ ਮਦਦ ਤੇ ਨਹੀਂ ਸੀ ਕਰਦੇ ਬਾਦਲ ਸਾਹਿਬ ਤੇ ਤੋੜਾ ਸਾਹਿਬ, ਲੇਕਿਨ ਮੇਰੇ ਕੋ ਆਏ ਵੀ ਤੁਸੀਂ ਪੰਜਾਬੀ ਹੋ ਜੀ, ਤੁਸੀਂ ਮਤਲਬ ਆਹ ਦੇਖੋ ਪੰਜਾਬ ਦੀਆਂ 16 ਮੰਗਾਂ ਨੇ, ਇਹਦੇ ਚੋਂ ਕੁਝ ਪੂਰੀਆਂ ਕਰ ਦਿਓ। ਉਹ ਕਹਿੰਦਾ ਮੈਂ ਪੜ੍ਹਿਆ। ਮੈਂ ਕਿਹਾ ਵੀ ਠੀਕ ਹੈ, ਮੈਂ ਪੰਜਾਬੀ ਹਾਂ, ਤੁਸੀਂ ਮੇਰੀ ਪੋਲੀਟੀਕਲ ਮਦਦ 'ਚ ਨਹੀਂ ਹੈਗੇ, ਕੋਈ ਪ੍ਰੋਬਲਮ ਨਹੀਂ, ਆਪਾਂ ਉਹਨੂੰ ਵੱਖਰਾ ਰੱਖਦੇ ਹਾਂ, ਪਰ ਤੁਸੀਂ ਮੇਰੀ ਇੱਕ ਗੱਲ ਮੰਨ ਲਓ ਤੇ ਮੈਂ ਤੁਹਾਡੀਆਂ 16 ਮੰਨ ਲਓ। ਉਹ ਕਹਿੰਦੇ ਮੈਂ ਕੀ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਹੋਏ ਕਹਿ ਕੇ ਗਏ ਸੀ ਕਿ ਹਰ ਬੰਦੇ ਨੂੰ ਗੁਰਮੁਖੀ ਸਿੱਖਣੀ ਚਾਹੀਦੀ ਹੈ ਤਾਂ ਕਿ ਉਹ ਗ੍ਰੰਥ ਸਾਹਿਬ ਨੂੰ ਆਪ ਪੜ੍ਹ ਸਕੇ। ਇਹਦਾ ਜਿਹੜਾ ਤਲਵੰਡੀ ਸਾਬੋ ਜਿਹੜਾ ਲਿਖਣਸਾਰ ਗੁਰਦੁਆਰਾ ਹੈ ਉਹ ਇਹੀ ਮਤਲਬ ਮੈਸੇਜ ਸੀ ਕਿ ਤੁਸੀਂ ਕਲਮਾ ਦੁਆਤਾ ਮਗਰ ਨਾ ਜਾਇਓ, ਜ਼ਮੀਨ ਤੇ ਬਹਿ ਕੇ ਵੀ ਸਿੱਖ ਸਕਦੇ ਹੋ, 35 ਅੱਖਰੀ ਸਿੱਖ ਲੋਗੇ ਤੇ ਦਿਮਾਗ ਠੀਕ ਰਹੇਗਾ, ਉੱਥੋਂ ਤੱਕ ਪਹੁੰਚ ਸਕੋਗੇ। ਉਹ ਕਹਿੰਦੇ ਵੀ ਤੁਹਾਡੇ ਕੋਲ ਸਾਰੇ SGPC ਦੇ ਰਿਸੋਰਸਿਸ ਨੇ, ਤੁਹਾਡੇ ਕੋਲ ਪੰਜਾਬ ਗਵਰਨਮੈਂਟ ਦੇ ਰਿਸੋਰਸਿਸ ਨੇ, ਤੁਸੀਂ ਹਰ ਪੰਜਾਬੀ ਨੂੰ ਗੁਰਮੁਖੀ ਸਿਖਾ ਦਿਓ। ਕਹਿੰਦਾ ਮੇਰੇ ਮੱਥੇ ਨਹੀਂ ਲੱਗੇ। ਮਤਲਬ ਇਹ ਸਾਡਾ ਮਤਲਬ ਹੈ ਕਿ ਜਿਹੜਾ ਸਮਾਜਿਕ ਪੈਸਾ ਵੀ ਆ ਰਿਹਾ ਅਸੀਂ ਸਮਾਜ 'ਚ ਨਹੀਂ ਲਾ ਰਹੇ, ਸਮਾਜ ਦੇ ਹਿੱਤ 'ਚ ਨਹੀਂ ਲਾ ਰਹੇ, ਇਸ ਕਰਕੇ ਉਹਦੀ ਲੜਾਈ ਹੋ ਰਹੀ ਹੈ। ਹੁਣ ਤੁਸੀਂ ਦੇਖੋ ਨਾ ਸਾਰਾ ਕੇਂਦਰ ਜਿਹੜਾ ਹੈ ਉਹਦੇ ਤੇ ਬਣ ਗਿਆ। ਹੁਣ ਉਹਦੇ 'ਚ ਦੇਖੋ ਗੇਮ ਕਿਵੇਂ ਚੱਲ ਰਹੀ ਹੈ। ਇਹਨਾਂ ਨੇ ਮੁੜ ਕੇ ਫੇਰ ਮਤਲਬ ਸਿਰਸਾ ਦੇ ਡੇਰੇ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਫੜ ਲਿਆ, BJP ਨੇ ਉਹਨਾਂ ਨੂੰ ਉਂਗਲ ਦੇ ਦਿੱਤੀ, ਕਿਉਂਕਿ BJP ਇਹ ਸਮਝਦੀ ਹੈ ਕਿ ਉਹ ਜਿੱਦਾਂ ਉਹਨਾਂ ਨੇ ਸਾਰੇ ਹਿੰਦੁਸਤਾਨ 'ਚ ਕੀਤਾ ਹੈ ਕਿ ਦਲਿਤਾਂ ਨੂੰ ਬੇਵਕੂਫ ਬਣਾ ਕੇ ਅਸੀਂ ਰਾਜ ਕਰ ਸਕਦੇ। UP 'ਚ ਇਹੀ ਕੀਤਾ ਉਹਨਾਂ ਨੇ, ਬੰਗਾਲ 'ਚ ਕਿਉਂਕਿ ਬਹੁਤ ਥੋੜੇ ਸੀ ਮਤਲਬ, ਲੇਕਿਨ ਹੁਣ ਉਹ ਪੰਜਾਬ 'ਚ ਗੇਮ ਖੇਡ ਰਹੇ ਨੇ। ਤੇ ਜਿਹੜੀ ਸਾਰੀ ਪੋਲਿਟਿਕਸ ਹੈ, ਮੈਨੂੰ ਲੱਗਦਾ ਕਿ ਤੁਸੀਂ ਜਦੋਂ ਕਿ ਲੋਕਾਂ ਦੀ ਪ੍ਰੋਬਲਮ ਹੈ, ਕੋਈ ਪਿੰਡ 'ਚ ਜਾ ਕੇ ਪਿੰਡ ਦੀ ਪ੍ਰੋਬਲਮ ਦੀ ਗੱਲ ਨਹੀਂ ਕਰ ਰਿਹਾ। ਜਦੋਂ ਕਿ ਇੱਕ ਨਵਾਂ ਕਲਚਰ ਦੇਖਿਆ ਮੈਂ ਪਿੰਡਾਂ 'ਚ, ਬਹੁਤ ਸਾਰੇ ਅਸੀਂ ਇਨਕੁਆਇਰੀ ਕਰ ਰਹੇ ਸੀ ਵੀ ਜਿਹੜੇ ਲੋਕ ਉੱਥੇ ਸ਼ਹੀਦ ਹੋਏ ਨੇ ਮਤਲਬ ਇਸ ਮੋਰਚੇ ਵਿੱਚ, ਮਤਲਬ ਉਹਨਾਂ ਦਾ ਪਿੰਡਾਂ ਤੇ ਪ੍ਰਭਾਵ ਕੀ ਹੈ, ਘਰਾਂ ਤੇ ਪ੍ਰਭਾਵ ਕੀ ਹੈ। ਲੋਕ ਡਿਟਰਮੈਂਟ ਸੀ। ਅਸੀਂ ਕਿਹਾ ਵੀ ਤੁਹਾਡੇ ਨਸ਼ਿਆਂ ਦੀ, ਕਹਿੰਦੇ ਜੀ ਸਾਰੇ ਮੁੰਡੇ ਤੇ ਕੰਮ ਲੱਗ ਗਏ, ਸਾਡੇ ਪਿੰਡ 'ਚ ਹੁਣ ਨਸ਼ੇ ਨਹੀਂ ਹੈ।
ਮਤਲਬ ਜਿਹੜੀ ਨਸ਼ਿਆਂ ਦੀ ਪ੍ਰੋਬਲਮ ਨੂੰ ਲੈ ਕੇ ਸਾਡੀਆਂ ਪੰਜਾਬੀ ਔਰਤਾਂ ਨੇ ਦੋ ਵਾਰੀ ਇਲੈਕਸ਼ਨ ਦਾ ਏਜੰਡਾ ਸੈੱਟ ਕੀਤਾ, ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਜਦੋਂ ਪਹਿਲੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤੇ ਮੈਂ ਕਈ ਸਾਰੇ ਮੈਨੂੰ ਜਥੇਦਾਰ ਮਿਲਦੇ ਹੁੰਦੇ ਜੀ, ਉਹ ਕਹਿੰਦੇ ਜੀ ਮੇਰੀ ਤੇ ਜਨਾਨੀ ਜਵਾਬ ਦੇ ਗਈ, ਉਹ ਕਹਿੰਦੀ ਤੁਸੀਂ ਨਸ਼ੇ ਬੰਦ ਨਹੀਂ ਕਰਨੇ, ਅਸੀਂ ਤੁਹਾਨੂੰ ਹਟਾ ਸਕਦੇ ਹਾਂ। ਮੈਂ ਕਿਹਾ ਕੱਲੀ ਨਹੀਂ, ਉਹ ਪੂਰਾ ਪਿੰਡ ਤੁਹਾਡੇ ਖਿਲਾਫ ਗਿਆ। ਔਰ ਇਹੀ ਹੋਇਆ ਕਿ ਸਾਰੇ ਹਿੰਦੁਸਤਾਨ ਤੋਂ ਵੱਖਰੀ ਤਰ੍ਹਾਂ ਦੇ ਪਾਰਲੀਮੈਂਟ ਦੇ ਮਤਲਬ ਰਿਜ਼ਲਟ ਆਏ ਕਿ 4 ਆਪ ਨੂੰ ਗਈਆਂ, 4 ਕਾਂਗਰਸ ਨੂੰ ਗਈਆਂ, 4 ਅਕਾਲੀਆਂ ਨੂੰ ਗਈਆਂ। ਤੋ ਉਹ ਜਿਹੜਾ ਪੱਖ ਸੀ, ਮੈਂ ਕਿਹਾ ਦੂਜੀ ਵਾਰੀ ਫਿਰ ਮਤਲਬ ਹੈ ਕਿ ਵੀ ਕਿਸੇ ਨੇ ਕੰਨ 'ਚ ਪਾਤੀ, ਆਪ ਵਾਲਿਆਂ ਨੂੰ ਸਮਝ ਨਹੀਂ ਲੱਗੀ, ਲੇਕਿਨ ਮਤਲਬ ਕੈਪਟਨ ਸਾਹਿਬ ਦੇ ਕੰਨ 'ਚ ਪਾਤੀ ਵੀ ਜੇ ਤੁਸੀਂ ਆਹ ਵੋਟ ਲੈ ਲਓ ਨਾ, ਤੇ ਇਹਨਾਂ ਨੇ ਤਲਵੰਡੀ ਸਾਬੋ ਗੁਟਕਾ ਹੱਥ 'ਚ ਰੱਖ ਕੇ ਸਹੁੰ ਖਾਧੀ। ਲੋਕਾਂ ਨੂੰ ਲੱਗਾ ਕਿ ਵੀ ਇਹ ਸ਼ਾਇਦ ਕਰ ਦੇਣਗੇ ਕੁਛ ਜੀ, ਲੇਕਿਨ ਉਹ ਨਸ਼ਿਆਂ ਵਾਲੀ ਜਿਹੜੀ ਪ੍ਰੋਬਲਮ ਹੈ ਉਹ ਔਰ ਇੱਕ ਸਰਕਾਰ ਦੀ ਟਰਮਸ ਵਿੱਚ ਸ਼ਰਾਬ ਨਸ਼ਾ ਨਹੀਂ ਹੈ। ਦੇਖੋ ਨਾ, ਸ਼ਰਾਬ ਦੇ ਮਤਲਬ ਸਾਰਾ ਹਿੰਦੁਸਤਾਨ ਬੰਦ ਹੋਏਗਾ, ਸਾਰਾ ਪੰਜਾਬ ਬੰਦ ਹੋਏਗਾ, ਸ਼ਰਾਬ ਦੇ ਠੇਕੇ ਖੁੱਲੇ ਹੋਣਗੇ, ਕਿਉਂਕਿ ਉਹ ਤੋੜ ਨਹੀਂ ਆਉਣੀ ਚਾਹੀਦੀ, ਕਿਉਂਕਿ ਲੋਕੀ ਲੱਗੇ ਆਪਣਾ ਬਿਜ਼ੀ ਰਹਿਣ, ਨਾਲੇ ਸਰਕਾਰ ਨੂੰ ਪੈਸਾ ਮਿਲੇ, ਨਾਲੇ ਸ਼ਰਾਬ ਵੇਚਣ ਵਾਲੇ ਨੂੰ ਮਿਲੇ, ਨਾਲੇ ਲੋਕ ਬਿਜ਼ੀ ਰਹਿਣ, ਐਵੇਂ ਸੋਚਣਗੇ। ਤਾਂ ਇਹ ਜਿਹੜਾ ਪੂਰੀ ਅਪਰੋਚ ਹੈ ਕਿ ਅੱਜ ਵੀ ਅਸੀਂ ਪੰਜਾਬ ਦੀ ਪ੍ਰੋਬਲਮ ਜਿਹੜੀ ਹੈ, ਮਤਲਬ ਜ਼ਮੀਨ ਦੀ ਮਤਲਬ ਮਿਆਰ ਖਰਾਬ ਹੋ ਜਾਂਦਾ ਹੈ। ਮਤਲਬ ਜਿੱਥੇ ਕਿਉਂਕਿ ਮੈਂ ਯੂਨੀਵਰਸਿਟੀ 'ਚ ਰਿਹਾ 30 ਸਾਲ, ਔਰ ਮੈਂ ਲਗਾਤਾਰ ਹੁਣ ਵੀ ਯੂਨੀਵਰਸਿਟੀ ਨਾਲ ਡਿਬੇਟ ਤੇ ਕਿ ਜਿਹੜੀ ਮਸਲਾ ਹੈ ਉਹਦਾ ਹੱਲ ਨਹੀਂ ਤੁਸੀਂ ਲੱਭ ਰਹੇ, ਤੁਸੀਂ ਬਣਿਆ ਬਣਾਇਆ ਸੋਲਿਊਸ਼ਨ ਮਨਸੈਂਟੋ ਦਾ ਦੇ ਰਹੇ ਹੋ ਕਿ ਮੱਕੀ ਬੀਜ ਲਓ ਜੀ। ਉਹ ਮੱਕੀ ਤੇ ਝੁਲਸ ਜਾਂਦੀ ਹੈ, ਉਹਨੂੰ ਤੇ ਤੁਸੀਂ ਆਪ ਕਹਿ ਰਹੇ ਹੋ ਕਿ 25 ਡਿਗਰੀ ਤੋਂ ਵੱਧ ਟੈਂਪਰੇਚਰ ਜਿਹੜਾ ਹੈ ਉਹਨੂੰ ਮਤਲਬ ਝੁਲਸ ਦਿੰਦਾ ਹੈ। ਤੇ ਜਦੋਂ ਮੈਂ ਕਿਸਾਨਾਂ ਨੂੰ ਪੁੱਛਦਾ, ਉਹ ਕਹਿੰਦੇ ਜੀ ਇਹਦੇ ਪੈਰ ਤੇ ਗਿੱਲੇ ਰੱਖਣੇ ਪੈਂਦੇ ਨੇ, ਜੇ ਮਾੜੇ ਜਿਹੇ ਸੁੱਕ ਗਏ ਤੇ ਉਸੇ ਵੇਲੇ ਮਤਲਬ ਇਹਦਾ ਇਹ ਝੁਲਸ ਜਾਂਦੀ ਹੈ। ਤਾਂ ਮੈਂ ਕਿਹਾ ਤੁਸੀਂ ਪਾਣੀ ਕਿੱਥੇ ਬਚਾਇਆ ਬਈ? ਤੁਸੀਂ ਪਾਣੀ ਬਚਾਉਣ ਦੇ ਨਾਂ ਤੇ ਝੋਨੇ ਤੋਂ, ਜਦੋਂ ਕਿ ਝੋਨੇ ਦਾ ਇੱਕ ਤਰੀਕਾ ਹੈ, ਮੈਂ ਆਪ ਪ੍ਰੈਕਟਿਸ ਕਰਕੇ ਮੈਂ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਤੁਸੀਂ 3 ਪਾਣੀਆਂ ਨਾਲ ਸਵਾਇਆ ਝੋਨਾ ਕੱਢ ਸਕਦੇ ਹੋ। ਔਰ ਸਾਡੇ ਇੱਕ ਵਿਗਿਆਨੀ ਨੇ ਕੀਤਾ ਹੈ, ਕਰਕੇ ਦਿਖਾਇਆ, ਲੇਕਿਨ ਯੂਨੀਵਰਸਿਟੀ ਨੇ ਕਹਿਤਾ ਕਿ ਭਾਈ ਤੂੰ ਨਹੀਂ ਬੋਲਣਾ, ਕਿਉਂਕਿ ਤੇਰੇ ਤੇ ਹੁਣ ਯੂਨੀਵਰਸਿਟੀ ਦਾ ਪ੍ਰੋਫੈਸਰ ਜਿਹੜਾ ਹੈ ਉਹ ਆਪਣੀ ਖੋਜ ਵੀ ਨਹੀਂ ਦੱਸ ਸਕਦਾ, ਕਿਉਂਕਿ ਦੂਜੇ ਸੁਣਨਾ ਨਹੀਂ ਚਾਹੁੰਦੇ। ਕਿਉਂਕਿ ਮੈਂ ਕਿਹਾ ਅਸੀਂ ਆਪਣੇ ਆਪ ਨੂੰ ਗਹਿਣੇ ਪਾ ਲਿਆ ਹੋਇਆ, ਮਤਲਬ ਪੈਸਿਆਂ ਨਾਲ ਨਹੀਂ ਗਹਿਣੇ ਪਈਦਾ, ਮਾਨਸਿਕ ਤੌਰ ਤੇ ਗਹਿਣੇ ਪਈਦਾ, ਕਿਉਂਕਿ ਉਹ ਤੁਹਾਨੂੰ ਵਾਹ ਕਰ ਦਿੰਦੇ ਨੇ। ਮਤਲਬ ਇੱਕ ਅੱਧੇ ਸਾਇੰਟਿਸਟ ਨੂੰ ਅਸੀਂ ਸਮਝਦੇ ਹਾਂ ਕਿ ਬੜਾ ਵੱਡਾ ਕੰਮ ਕਰ ਰਹੇ ਆ, ਜਦੋਂ ਕਿ ਜਿਹੜੀ ਤੁਹਾਡੀ ਪ੍ਰੋਬਲਮ ਹੈ ਹੁਣ, ਮਤਲਬ ਇਹੀ ਸਾਡੀ ਸਿਹਤ ਦੀ ਹੈ ਕਿ ਸਿਹਤ ਦੀ ਮੇਨ ਪ੍ਰੋਬਲਮ ਤੁਹਾਡੀ ਨਿਊਟ੍ਰੀਸ਼ਨ ਹੈ। ਕੀ ਅਸੀਂ ਨਿਊਟ੍ਰੀਸ਼ਨ ਦਾ ਖਿਆਲ ਕਰ ਰਹੇ ਹਾਂ? ਉਲਟਾ ਸਗੋਂ ਇਹ ਹੈ ਕਿ ਜਿਹੜਾ ਬੱਚਿਆਂ ਨੂੰ ਥੋੜੀ ਬਹੁਤ ਨਿਊਟ੍ਰੀਸ਼ਨ ਦਿੰਦੇ ਸੀ, ਆ ਕਰੋਨਾ 'ਚ ਬੰਦ ਕਰ ਦਿੱਤੀ ਹੈ। ਮਤਲਬ ਉਹ ਤੇ ਸ਼ੁਕਰ ਹੈ ਕਿ ਸਾਡੇ ਗੁਰੂਆਂ ਨੇ, ਪੈਗੰਬਰਾਂ ਨੇ ਮਤਲਬ ਜਿਹੜਾ ਲੰਗਰ ਵਾਲੀ ਇੱਕ ਪ੍ਰਥਾ ਦੇ ਦਿੱਤੀ ਕਿ ਭਾਈ ਵੰਡ ਕੇ ਖਾਣ, ਬੈਠ ਕੇ ਖਾਓ, ਇਕੱਠੇ ਬਹਿ ਕੇ ਖਾਓ ਤੇ ਇਕੱਠੇ ਸੋਚੋਗੇ। ਮਤਲਬ ਹੁਣ ਉਹ ਜਿਹੜੀ ਲੰਗਰ ਦੀ ਪ੍ਰਥਾ ਉਹਨੇ ਸਾਰੇ ਹਿੰਦੁਸਤਾਨ ਨੂੰ ਸਿਖਾ ਦਿੱਤਾ। ਔਰ ਇਹੀ ਲੰਗਰ ਦੀ ਪ੍ਰਥਾ, ਤੁਹਾਨੂੰ ਬੜੀ ਇੰਟਰਸਟਿੰਗ ਗੱਲ ਮੈਂ ਦੱਸਣ ਲੱਗਾ, ਜਲਿਆਂਵਾਲੇ ਬਾਗ ਤੇ ਮੈਂ ਰਿਸਰਚ ਕਰ ਰਿਹਾ ਸੀ, ਤਾਂ ਮੈਨੂੰ ਲੱਗਾ ਕਿ ਯਾਰ ਉਹ ਪਾਗਲ ਕਿਉਂ ਹੋਏ? ਮਤਲਬ ਉਹ ਤੇ ਬੜੇ ਐਫੀਸ਼ੀਐਂਟ ਆਫੀਸਰ ਨੇ ਨਾ ਉਹਨਾਂ ਦੀ ਟਰਮ 'ਚ, ਤਾਂ ਸਾਡੇ ਅੱਜ ਦੇ ਵੀ ਹੋਣਗੇ। ਉਹ ਪਾਗਲ ਇਸ ਕਰਕੇ ਹੋਏ ਕਿ ਉਦੋਂ ਲੋਕਾਂ ਨੂੰ ਮਹਿੰਗਾਈ ਬਹੁਤ ਸੀ, ਫਸਟ ਵਰਲਡ ਵਾਰ ਕਰਕੇ ਖਾਣ ਨੂੰ ਮਿਲ ਨਹੀਂ ਸੀ ਰਿਹਾ, ਤੇ ਉਹਨਾਂ ਨੇ ਕਿਹਾ ਵੀ ਇੱਕ ਤਰੀਕਾ ਤੇ ਹੋ ਸਕਦਾ ਕਿ ਡੀਸੀ ਨੂੰ ਮਿਹਨਤ ਕਰੀਏ, ਉਹਨੂੰ ਕਹੀਏ ਕਿ ਤੂੰ ਸਸਤੀ ਦੁਕਾਨ ਪਾ। ਉਹ ਕਹਿੰਦਾ ਕਾਹਦੇ ਲਈ? ਮਤਲਬ ਆਪਣੇ ਅੰਮ੍ਰਿਤਸਰ ਦੇ ਵਿੱਚ ਗੁਰੂ ਮਤਲਬ ਦਰਬਾਰ ਸਾਹਿਬ ਨੇ ਇੱਕ ਮਤਲਬ ਇੰਸਟੀਟਿਊਸ਼ਨ ਬਣਾ ਕੇ ਰੱਖਿਆ ਹੋਇਆ, ਆਪਾਂ ਮਹੱਲਿਆਂ 'ਚ ਕਿਉਂ ਨਾ ਲੰਗਰ ਲਾਈਏ? ਔਰ ਲੰਗਰ ਲਾਉਣ ਲੱਗ ਪਏ। ਉਹ ਲੰਗਰ ਲਾਉਣ ਦਾ ਇਹ ਹੋਇਆ ਕਿ ਉੱਥੇ ਨਾ ਤੇ ਜਾਤਾਂ ਰਹੀਆਂ ਲੋਕਾਂ ਦੀਆਂ, ਨਾ ਧਰਮ ਰਹੇ। 9 ਅਪ੍ਰੈਲ ਨੂੰ ਜਦੋਂ ਰਾਮਨੌਮੀ ਮਨਾਈ ਗਈ, ਉਹ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਨੇ ਰਲ ਕੇ ਮਨਾਈ, ਔਰ ਉਹਦੀ ਲੀਡਰਸ਼ਿਪ ਜਿਹੜੀ ਸੀ ਉਹ ਡਾਕਟਰ ਬਸ਼ੀਰ ਕਰ ਰਹੇ ਸੀ। ਉਹ ਇੱਕ ਮੈਡੀਕਲ ਡਾਕਟਰ ਸੀਗੇ, ਔਰ ਕੋਈ ਪਾਣੀ ਵੰਡ ਨਹੀਂ ਸੀ, ਨਹੀਂ ਤੇ ਹੁੰਦਾ ਇਹ ਹਿੰਦੂ ਪਾਣੀ ਹੈ, ਇਹ ਮੁਸਲਮਾਨ ਪਾਣੀ ਹੈ, ਲੋਕਾਂ ਨੇ ਛਬੀਲਾਂ ਲਾਈਆਂ ਹੋਈਆਂ ਨੇ। ਮਤਲਬ ਉਹ ਏਕਤਾ ਜਿਹੜੀ ਹੈ ਨਾ, ਉਹਦੇ ਤੋਂ ਲੱਗਾ ਡਾਇਰ ਨੂੰ ਕਿ ਯਾਰ ਇਹ ਤੇ 1857 ਆ ਰਿਹਾ, ਔਰ ਆਪਣੇ ਮੁੰਡੇ ਨੂੰ ਕਹਿ ਕੇ ਆਉਂਦਾ ਇਹ ਬੜਾ ਖਤਰਨਾਕ ਟਾਈਮ ਹੈ ਕਿਉਂਕਿ ਲੋਕ ਇਕੱਠੇ ਹੋ ਗਏ ਨੇ।
ਔਰ ਪਹਿਲਾ ਹੀ ਆਰਡਰ ਜਿਹੜਾ ਹੈ ਮਾਰਸ਼ਲ ਲਾ ਦਾ ਉਹ ਇਹ ਹੈ ਕਿ ਵੀ ਲੰਗਰ ਨਹੀਂ ਲਾਉਣਾ। ਤੁਸੀਂ ਇਹ ਦੇਖੋ ਇਹ ਜਿਹੜੀ ਕਲਚਰਲ ਐਸਪੈਕਟ ਹੈ ਕਿ ਅਸੀਂ ਪਿੰਡ ਦੇ ਵਿੱਚ ਇਕੱਠੇ ਹੋ ਕੇ ਆਪਣੀ ਪ੍ਰੋਬਲਮ ਹੱਲ ਕਰ ਸਕਦੇ ਹਾਂ, ਔਰ ਉਹਦੇ ਲਈ ਇੱਕ ਇੰਸਟੀਟਿਊਸ਼ਨ ਕਨਸਟੀਟਿਊਸ਼ਨਲੀ ਸਾਨੂੰ ਮਿਲਿਆ ਹੋਇਆ, ਉਹ ਹੈ ਗ੍ਰਾਮ ਸਭਾ। ਗ੍ਰਾਮ ਸਭਾ ਪੰਚਾਇਤ ਨਹੀਂ, ਗ੍ਰਾਮ ਸਭਾ। ਗ੍ਰਾਮ ਸਭਾ ਪਰਮਾਨੈਂਟ ਹੈ, ਜਿੰਨੇ ਵੋਟਰ ਨੇ ਉਹ ਗ੍ਰਾਮ ਸਭਾ ਬਣਾਉਂਦੇ ਨੇ, ਔਰ ਉਹਦੇ ਚੋਂ 20% ਵੋਟਰ ਇਕੱਠੇ ਹੋ ਕੇ ਅਗਰ ਕੋਈ ਮਤਾ ਪਾਸ ਕਰ ਲੈਂਦੇ ਨੇ ਤੇ ਉਹ ਮਤਾ ਲੋਹੇ ਤੇ ਲਕੀਰ ਹੈ, ਕਿਉਂਕਿ ਉਹਦਾ ਮਤਲਬ ਇਹ ਹੈ ਕਿ ਤੁਸੀਂ ਤੁਹਾਡੀਆਂ ਲੋੜਾਂ ਕੀ ਨੇ, ਬਜਾਏ ਉੱਪਰ ਵਾਲੇ ਦੱਸਣ ਕਿ ਪਿੰਡ ਦੀ ਲੋੜ ਤੇ ਜੀ ਮਤਲਬ ਸੀਵਰੇਜ ਕੱਢਣਾ ਹੈ, ਜਦੋਂ ਕਿ ਪਿੰਡ ਵਾਲਿਆਂ ਦੀ ਲੋੜ ਸ਼ਾਇਦ ਅਜੇ ਉੱਥੇ ਮਤਲਬ ਰਾਹ ਪੱਕੇ ਕਰਨ ਦੀ ਹੋਵੇ, ਜਾਂ ਉਹਨਾਂ ਦੀ ਹੈ ਕਿ ਆਪਣੇ ਲੋਕਾਂ ਨੂੰ ਕੰਮ ਕਿਵੇਂ ਦੇਣਾ, ਤੁਸੀਂ ਕਿ ਬੱਚਿਆਂ ਦੀ ਪੜ੍ਹਾਈ ਕਿਵੇਂ ਕਰਨੀ ਹੈ। ਔਰ ਮੈਂ ਸਮਝਦਾ ਅੱਜ ਪੰਜਾਬ ਦਾ ਸਭ ਤੋਂ ਵੱਡਾ ਚੈਲੰਜ ਇਹ ਹੈ, ਅਗਰ ਪੰਜਾਬ ਲੀਡ ਕਰਨਾ ਚਾਹੁੰਦਾ ਮਤਲਬ ਹਿੰਦੁਸਤਾਨ ਨੂੰ, ਕਿ ਤੁਹਾਡੇ 1 ਲੱਖ ਤੋਂ 1.25 ਲੱਖ ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਵਾਪਸ ਗਵਰਨਮੈਂਟ ਸਕੂਲਾਂ 'ਚ ਆ ਗਏ ਨੇ। ਜੇ ਅਸੀਂ ਗਵਰਨਮੈਂਟ ਸਕੂਲਾਂ ਨੂੰ ਹੀ ਸਾਂਭ ਲਈਏ, ਔਰ ਕੋਈ ਬਹੁਤ ਵੱਡਾ ਬਜਟ ਨਹੀਂ ਚਾਹੀਦਾ, ਉਹਦੇ ਲਈ ਨੀਤੀ ਚਾਹੀਦੀ ਹੈ, ਮਤਲਬ ਨੀਅਤ ਚਾਹੀਦੀ ਹੈ, ਤੁਸੀਂ ਪੂਰਾ ਇੱਕ ਨਵਾਂ ਮਾਡਲ ਖੜਾ ਕਰ ਦਿਓਗੇ ਜੀ। ਔਰ ਜੇ ਤੁਸੀਂ ਬੱਚਿਆਂ ਨੂੰ ਸਾਂਭ ਲੈਂਦੇ ਹੋ ਤੇ ਉਹਨਾਂ ਦੇ ਪੇਰੈਂਟਸ ਤੁਹਾਡੇ ਨਾਲ ਨੇ। ਅੱਜ ਬਜਾਏ ਮਤਲਬ ਕਿਰਾਇਆ ਮਾਫ ਕਰਨ ਦੇ, ਕੁਝ ਹੋਰ ਕਰਨ ਦੇ, ਅਸਲ ਨੀਤੀ ਇਹ ਹੋਣੀ ਚਾਹੀਦੀ ਹੈ। ਤੁਸੀਂ ਗ੍ਰਾਮ ਹਾਂਜੀ।